ਧਾਰਾਵਾਂ ਪਹਿਲੋਂ ਵੀ ਸੀ, ਅੱਜ ਵੀ ਹੈ। ਇੱਕ ਵਿਚਾਰਧਾਰਾ ਹੈ ਜਿਨ੍ਹਾਂ ਨੇ ਕਿਹਾ ਜੇ ਧਰਮ ਦੇ ਮਾਰਗ 'ਤੇ ਤੁਰਨਾ ਤੇ ਤੁਹਾਨੂੰ ਕਿਰਤ ਦੀ ਲੋੜ ਨਹੀਂ, ਤੁਹਾਨੂੰ ਉਦਮ ਦੀ ਲੋੜ ਨਹੀਂ। ਸੰਸਾਰ ਇੱਕ ਮਾਇਆ, ਇੱਕ ਬੰਧਨ ਹੈ। ਜਿੰਨਾ ਇਹਦੇ ਤੋਂ ਦੂਰ ਭੱਜੋਗੇ ਉਨਾ ਤੁਸੀਂ ਰੱਬ ਦੇ ਨੇੜੇ ਹੋਵੋਗੇ। ਇਸ ਵਿਚਾਰਧਾਰਾ 'ਚੋਂ ਜਿਹੜਾ ਤਿਆਗ ਪੈਦਾ ਹੋਇਆ, ਉਸਨੇ ਮਾਨਵਤਾ ਦਾ ਕੁਝ ਸਵਾਰਿਆ ਨਹੀਂ ਹੈ। ਜਿਨ੍ਹਾਂ ਨੇ ਵਸਤਰ ਤਿਆਗੇ, ਧਨ ਤਿਆਗਿਆ, ਕਿਰਤ ਤਿਆਗੀ, ਗੁਰਬਾਣੀ ਨੇ ਉਹਨਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ। ਦੂਸਰੇ ਉਹ ਸਨ ਜਿਹੜੇ ਕਹਿੰਦੇ ਸੀ ਬਸ ਸਭ ਕੁਝ ਪਕੜ ਲਓ, ਸਭ ਕੁਝ ਸਾਡਾ ਹੀ ਹੈ, ਸਾਰਾ ਕੁਝ ਮੇਰਾ ਹੋ ਜਾਏ। ਐਸਿਆਂ ਨੂੰ ਵੀ ਸਤਿਗੁਰ ਨੇ ਪ੍ਰਵਾਨ ਨਹੀਂ ਕੀਤਾ। ਤਾਂ ਕਰਕੇ ਗੁਰਮਤਿ ਨੇ ਜਿਹੜਾ ਸਾਨੂੰ ਮਾਰਗ ਬਖਸ਼ਿਆ ਹੈ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਗੁਰ ਸਤਿਗੁਰਾਂ ਨੇ ਕਿ ਆਪਣੀ ਕਿਰਤ ਕਰਦਾ ਹੋਇਆ ਤੂੰ ਉਹਦੇ ਚੋਂ ਦਸਵੰਧ ਵੀ ਦਈ, ਲੋੜਵੰਦ ਕੋਈ ਦੀਨ, ਉਹਦੇ ਵਾਸਤੇ ਵੀ ਕੁਝ ਖਰਚੀ, ਆਪ ਵੀ ਵਰਤੀ। ਕਰਤੇ ਦੀ ਕੀਰਤ ਵੀ ਤੇਰੇ ਕੋਲ ਹੋਏ, ਸੰਸਾਰ ਦੀ ਕਿਰਤ ਵੀ ਤੇਰੇ ਕੋਲ ਹੋਏ, ਤੇਰਾ ਲੋਕ ਵੀ ਸੁਖੀਆ ਹੋਏ, ਤੇਰਾ ਪਰਲੋਕ ਵੀ ਸੁਹੇਲਾ ਹੋਏ। ਤੋ ਗੁਰਮਤਿ ਨੇ ਜਿਹੜਾ ਸਾਨੂੰ ਮਾਰਗ ਬਖਸ਼ਿਆ, ਉਹ ਵਿਚਕਾਰਲਾ ਮਾਰਗ ਹੈ, ਜਿਹਨੂੰ ਆਪਾਂ ਸਹਿਜ ਦਾ, ਗੁਰਮਤਿ ਦਾ ਮਾਰਗ ਆਖਦੇ ਹਾਂ। ਜਿੱਥੇ ਕੁਝ ਤਿਆਗਣਾ ਵੀ ਨਹੀਂ, ਸਰੀਰ ਕਰਕੇ ਪਕੜਨਾ ਕੋਈ ਨਹੀਂ ਹੈ, ਮਨ ਕਰਕੇ। ਸਰੀਰ ਦਾ ਤਿਆਗ ਝੂਠਾ ਹੈ, ਮਨ ਦੀ ਪਕੜ ਝੂਠੀ ਹੈ। ਸਰੀਰ ਦਾ ਤਿਆਗ ਸਤਿਗੁਰ ਕਹਿੰਦੇ ਤਿਆਗ ਹੈ, ਮਨ ਦਾ ਤਿਆਗਣਾ, ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਤਿਆਗ ਤੇਰੇ ਕੋਲ ਮਨ ਦਾ ਹੋਏ, ਲੋੜ ਤੇਰੇ ਕੋਲ ਤਨ ਦੀ ਹੋਏ, ਤਾਂ ਸਾਡੀ ਜੀਵਨ ਵਿੱਚ ਪੂਰਨਤਾ ਹੈ। ਜਿੱਥੇ ਆਪਣੀ ਕਿਰਤ ਹੋਏ, ਦੂਸਰੇ ਦੇ ਹੱਕ ਦਾ ਪੂਰਾ ਖਿਆਲ ਰੱਖਿਆ ਜਾਏ। ਤੋ ਨਹੀਂ ਤਾਂ ਸਤਿਗੁਰ ਕਹਿੰਦੇ ਅੱਧ ਵਾਟੇ ਰਹਿ ਜਾਵਾਂਗੇ। ਜਿਹੜੇ ਬਾਹਰ ਦੇ ਤਿਆਗੀ ਬਣ ਗਏ, ਉਹ ਵੀ ਅੱਧ ਵਾਟੇ ਰਹਿ ਗਏ। ਜਿਹੜੇ ਅੰਦਰ ਦੇ ਤ੍ਰਿਸ਼ਾਲੂ ਪਕੜ ਬਣ ਗਈ, ਉਹ ਵੀ ਸੰਸਾਰ 'ਚੋਂ ਕਦੇ ਤ੍ਰਿਪਤ ਹੋ ਕੇ ਨਹੀਂ ਗਏ। ਰਜੇਵਾਂ ਉਹਨਾਂ ਦਾ ਕਦੇ ਵੀ ਪੂਰਨ ਨਹੀਂ ਹੋਇਆ। ਗੁਰਦੇਵ ਆਖਦੇ ਨੇ ਥਾਕੇ ਬਹੁ ਬਿਦ ਕਾਲ ਤੇ, ਤ੍ਰਿਪਤ ਨਾ ਤ੍ਰਿਸ਼ਨਾ ਲਾਥ। ਜਿਹੜਾ ਮਨੁੱਖ ਇਤਨਾ ਕੁ ਖਚਿਤ ਹੋ ਜਾਏ ਸੰਸਾਰ ਦੇ ਅੰਦਰ, ਪਦਾਰਥ ਵਿੱਚ, ਉਹਦੇ ਤੋਂ ਬਿਨਾਂ ਕੁਝ ਸੁੱਝੇ ਹੀ ਨਾ। ਦਿਨ ਰਾਤ ਮਨ ਜਿਹਦਾ ਉਹਦੇ ਵਿੱਚ ਉਲਝੇ ਹੈ। ਹਮੇਸ਼ਾ ਜਿਹਦੇ ਸਵਾਸ ਸਵਾਸ ਵਿੱਚ ਖਿਆਲ ਧਨ ਪਦਾਰਥ ਦਾ ਆ ਰਿਹਾ, ਉੱਥੇ ਵੀ ਕੋਈ ਤ੍ਰਿਪਤੀ ਨਹੀਂ ਹੈ ਜੀਵਨ ਦੇ ਅੰਦਰ। ਉਹਨਾਂ ਨੂੰ ਵੀ ਕੋਈ ਰਜਾ ਨਹੀਂ ਸਕਦਾ। ਮਨੁੱਖ ਸੰਸਾਰ ਵਿੱਚ ਬਾਣੀ ਆਖਦੀ ਹੈ ਜਨਮ ਲੈਂਦਾ, ਭੋਜਨ ਇਹਦੀ ਲੋੜ ਹੈ। ਸਭ ਤੋਂ ਪਹਿਲੋਂ ਮਾਲਕ ਨੇ ਇਹਦੀ ਲੋੜ ਪੂਰੀ ਕੀਤੀ ਹੈ। ਇਹਦੇ ਜਨਮ ਤੋਂ ਪਹਿਲਾਂ ਇਹਦਾ ਭੋਜਨ ਮਾਲਕ ਨੇ ਪ੍ਰਬੰਧ ਕੀਤਾ ਹੈ। ਕਰਤੇ ਦਾ ਵਿਧਾਨ ਬਹੁਤ ਸੋਹਣਾ ਹੈ, ਵਿਗਾੜ ਇਹਦੇ 'ਚ ਮਨੁੱਖ ਪੈਦਾ ਕਰਦਾ ਹੈ। ਵਾਹਿਗੁਰੂ ਅਕਾਲ ਪੁਰਖ ਨੇ ਜਨਮ ਤੋਂ ਪਹਿਲੋਂ ਹੀ ਭੋਜਨ ਤਿਆਰ ਰੱਖਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਮਨੁੱਖ ਆਉਂਦਾ ਹੈ, ਜੀਵ ਆਉਂਦਾ ਹੈ, ਇਹਦੀ ਲੋੜ ਸੁਭਾਵਕ ਪੂਰੀ ਹੋ ਜਾਂਦੀ ਹੈ। ਸਹਿਜੇ ਸਹਿਜੇ ਫਿਰ ਲੋੜ ਤ੍ਰਿਸ਼ਨਾ ਦਾ ਰੂਪ ਧਾਰਨ ਕਰ ਲੈਂਦੀ ਹੈ। ਲੋੜ ਨਹੀਂ ਰਹੀ। ਜਿਹਨੂੰ ਬਾਣੀ ਨੇ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਰੋਗ ਲੱਗਦਾ ਹੈ ਨਾ, ਉਹ ਬਾਣੀ ਆਖਦੀ ਤ੍ਰਿਸ਼ਨਾ ਦਾ ਰੋਗ ਲੱਗਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ।
ਤੇ ਤ੍ਰਿਸ਼ਨਾ ਦਾ ਰੋਗ ਇੱਕ ਐਸਾ ਰੋਗ ਹੈ, ਗੁਰੂ ਅਮਰਦਾਸ ਸਾਹਿਬ ਜੀ ਆਖਦੇ ਨੇ, ਆ ਬੰਦੇ ਨੂੰ ਰੋਗ ਲੱਗਦਾ ਇੱਕਦਮ ਆਪਾਂ ਟੈਸਟ ਕਰਾਉਂਦੇ ਹਾਂ, ਇੱਕਦਮ। ਅਸੀਂ ਨਹੀਂ ਚਾਹੁੰਦੇ ਤੁਹਾਨੂੰ ਲੱਗਾ ਰੋਗ ਸਾਡੇ ਨਾਲ ਹੀ ਨਿਭਣ ਲੱਗ ਪਏ। ਅਸੀਂ ਛੇਤੀ ਛੇਤੀ ਉਸ ਰੋਗ ਤੋਂ ਬਚਣਾ ਚਾਹੁੰਦੇ ਹਾਂ। ਕਾਰਨ ਕਿਉਂ ਹੈ? ਉਹਦਾ ਕਾਰਨ ਹੈ, ਹਰੇਕ ਰੋਗ ਮੌਤ ਦਾ ਸੁਨੇਹਾ ਜ਼ਰੂਰ ਦਿੰਦਾ ਹੈ। ਹਰੇਕ ਰੋਗ ਦੇ ਪਿੱਛੇ ਮੌਤ ਛਿਪੀ ਹੁੰਦੀ ਹੈ। ਤਾਂ ਕਰਕੇ ਬੰਦਾ ਉਸ ਰੋਗ ਤੋਂ ਬਚਣਾ ਚਾਹੁੰਦਾ ਹੈ। ਪਰ ਬਾਣੀ ਆਖਦੀ ਇੱਕ ਰੋਗ ਐਸਾ ਹੈ ਜਿਹੜਾ ਮੌਤ ਭੁਲਾਉਂਦਾ ਹੈ, ਫਿਰ ਬੰਦਾ ਉਹਦੇ ਤੋਂ ਕਿਉਂ ਡਰੇ? ਤ੍ਰਿਸ਼ਨਾ ਵੱਡਾ ਰੋਗ ਹੈ, ਬੜਾ ਵੱਡਾ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਬੰਦੇ ਨੂੰ ਲੱਗ ਜਾਂਦਾ ਹੈ, ਇਹਦੇ ਚੋਂ ਮਰਨ ਵਿਸਰ ਜਾਂਦਾ ਹੈ। ਮੌਤ ਭੁੱਲ ਗਈ, ਮਰਨਾ ਚੇਤੇ ਨਹੀਂ, ਤਾਂ ਹੀ ਬੰਦਾ ਇਹ ਚੀਜ਼ਾਂ 'ਚ ਗਲਤਾਨ ਹੈ। ਤਾਂ ਹੀ ਇਹ ਫਿਰ ਨਾ ਭਾਈ ਨੂੰ ਵਹਿੰਦਾ, ਨਾ ਭਰਾ ਨੂੰ ਵਹਿੰਦਾ, ਨਾ ਹੋਰ ਕਿਸੇ ਦੀ ਕੋਈ ਚਿੰਤਾ ਰਹਿੰਦੀ ਹੈ। ਮਰਨ ਮਨੋਂ ਵਿਸਾਰਿਆ, ਗੁਰੂ ਅਮਰਦਾਸ ਸਾਹਿਬ ਕਹਿੰਦੀ ਇਸ ਰੋਗ ਨੇ, ਗੁਰੂ ਦੀ ਬਾਣੀ ਆਖਦੀ ਹੈ, ਜਿਹੜਾ ਰੋਗ ਬੰਦੇ ਨੂੰ ਮੌਤ ਭੁਲਾ ਹੀ ਦਿੰਦਾ ਹੈ, ਫਿਰ ਬੰਦਾ ਉਸ ਰੋਗ ਦਾ ਇਲਾਜ ਕਿਉਂ ਕਰੇਗਾ? ਬੰਦਾ ਰੋਗ ਤੋਂ ਤੇ ਤਾਂ ਹੀ ਡਰਦਾ ਹੈ, ਉਹਦੇ ਪਿੱਛੇ ਮੌਤ ਛਿਪੀ ਹੈ। ਤੋ ਸਭ ਤੋਂ ਪਹਿਲੋਂ ਜਿਹੜਾ ਸਾਨੂੰ ਰੋਗ ਲੱਗਾ ਹੈ ਤ੍ਰਿਸ਼ਨਾ ਦਾ, ਉਹ ਮੌਤ ਭੁਲਾ ਹੀ ਦਿੰਦਾ ਹੈ। ਸਾਰਾ ਜੀਵਨ ਮਨੁੱਖ ਘਾਲਦਾ ਥੱਕ ਜਾਂਦਾ ਹੈ। ਤੋ ਗੁਰਦੇਵ ਕਹਿੰਦੇ ਉਹਦੇ ਚੋਂ ਤ੍ਰਿਪਤੀ ਨਹੀਂ। ਇੱਕ ਬੜਾ ਪਿਆਰਾ ਸ਼ਖਸੀਅਤ ਹੋਈ ਹੈ ਸ਼ੇਖ ਸ਼ਾਹ ਦੀ। ਤੋ ਰੱਬ ਦੇ ਮਸਤਾਨੇ ਜੇ ਫਕੀਰ ਬਹੁਤੇ ਇੱਕ ਥਾਂ ਦੇ ਬੱਝੇ ਨਹੀਂ ਰਹਿੰਦੇ, ਉਹ ਭਰਮਣ ਕਰਦੇ ਰਹਿੰਦੇ ਨੇ। ਤੋ ਸ਼ੇਖ ਸ਼ਾਹ ਦੀ ਵੀ ਭਰਮਣ ਕਰਦਾ ਕਰਦਾ ਅੱਜ ਵਿਚਰ ਰਿਹਾ। ਅੱਜ ਕਿਸੇ ਊਂਠਾਂ ਦੇ ਕਾਫਲੇ ਨੂੰ ਦੇਖਿਆ, ਬੰਦੇ ਕੋਲ 15-20 ਊਂਠ ਨੇ, ਉਹਨਾਂ ਸਮਿਆਂ ਦੇ ਵਪਾਰੀ, ਕਿੰਨੇ ਸਾਰੇ ਨੌਕਰ ਨੇ, ਸਮਾਨ ਲੱਦਿਆ। ਸ਼ੇਖ ਸ਼ਾਦੀ ਜਾ ਰਿਹਾ ਸੀ ਨਾਲ, ਉਹ ਵੀ ਕਾਫਲਾ ਹੈ। ਉਸ ਨਾਲ ਵਿਚਾਰਾਂ ਹੋਈਆਂ ਉਸ ਵਪਾਰੀ ਨਾਲ। ਉਹਨੇ ਦੱਸਿਆ ਵੀ ਇੰਨੇ ਮੇਰੇ ਊਠ ਨੇ, ਇੰਨਾ ਧਨ ਹੈ, ਇਸ ਦੇਸ਼ ਤੋਂ ਆਹ ਚੀਜ਼ ਲਿਆ ਕੇ ਇਸ ਦੇਸ਼ ਵਿੱਚ ਵੇਚ ਕੇ ਅੱਗੇ ਉੱਥੋਂ ਇਹ ਖਰੀਦ ਕੇ ਆ ਵੇਚਦਾ। ਸਾਰਾ ਸਫ਼ਰ ਇਹਨਾਂ ਚੀਜ਼ਾਂ 'ਚ ਹੀ ਲੰਘ ਗਿਆ। ਇਹ ਚੀਜ਼ਾਂ ਦੱਸਦਿਆਂ ਹੀ ਕੋਈ ਅਧਿਆਤਮਕ ਦੀ ਜੀਵਨ ਦੀ ਗੱਲ ਸ਼ੇਖ ਸ਼ਾਦੀ ਦੇ ਨਾਲ ਨਹੀਂ ਕੀਤੀ। ਤੇ ਜਦੋਂ ਫਿਰ ਵਿਛਣ ਲੱਗੇ, ਸ਼ੇਖ ਸ਼ਾਦੀ ਕਹਿਣ ਲੱਗੇ, ਮੇਰੀ ਇੱਕ ਗੱਲ ਇਹ ਵੀ ਸੁਣ, ਜਿਵੇਂ ਤੂੰ ਮੈਨੂੰ ਆਪਣੀਆਂ ਕਹਾਣੀਆਂ ਦੱਸੀਆਂ ਨੇ ਕਾਰੋਬਾਰ ਦੀਆਂ, ਧਨ ਦੀਆਂ, ਵਪਾਰ ਦੀਆਂ, ਪਰ ਮੇਰੀ ਇਹ ਵੀ ਗੱਲ ਪੱਲੇ ਬੰਨ੍ਹ ਕੇ ਰੱਖੀ, ਇੱਕ ਹੁੰਦਾ ਹੈ ਸਬਰ, ਇੱਕ ਹੁੰਦੀ ਹੈ ਕਬਰ। ਜੇ ਬੰਦੇ ਨੂੰ ਸਬਰ ਨਾ ਭਰੇ, ਫਿਰ ਕਬਰ ਦੀ ਮਿੱਟੀ ਤੇ ਭਰਿਆ ਹੀ ਜਾਣਾ ਹੈ। ਜੇ ਜਿਉਂਦਿਆਂ ਸਬਰ ਨਹੀਂ ਆਇਆ, ਜਿਹੜੇ ਜਿਉਂਦਿਆਂ ਸਬਰ ਨਾਲ ਭਰੇ ਨਹੀਂ, ਫਿਰ ਉਹ ਕਬਰਾਂ ਦੀ ਮਿੱਟੀ ਨਾਲ ਭਰੇ ਜਾਂਦੇ ਨੇ। ਬਸ ਇੱਕੋ ਹੀ ਢੰਗ ਹੈ, ਬੰਦਾ ਸਬਰ ਨਾਲ ਰੱਜ ਜਾਏ ਜਾਂ ਕਬਰ ਤੇ ਹੈ ਹੀ ਹੈ, ਫਿਰ ਉੱਥੇ ਤੇ ਪੈਣਾ ਹੀ ਪੈਣਾ ਹੈ। ਮਨੁੱਖ ਮਨ ਦੇ ਇੰਨੇ ਕੁ ਜੰਜਾਲ ਪੈਦਾ ਕਰ ਲੈਂਦਾ ਹੈ, ਜ਼ਿੰਦਗੀ ਲੰਘ ਗਈ, ਸਬਰ ਦੀ ਦਾਤ ਜੀਵਨ 'ਚ ਨਹੀਂ ਆਈ। ਜਿਹਨੂੰ ਬਾਣੀ ਆਖਦੀ, ਬਿਨਾ ਸੰਤੋਖ ਨਹੀਂ ਕੋਊ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਉਹਦੇ ਤੋਂ ਬਿਨਾਂ ਤ੍ਰਿਪਤੀ ਨਹੀਂ। ਥਾਕੇ ਬਹੁ ਬਿਦ ਕਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ। ਉਹਨਾਂ ਦੀ ਤ੍ਰਿਸ਼ਨਾ ਨਹੀਂ ਲੱਥੀ, ਉਹਨਾਂ ਨੂੰ ਕਦੇ ਵੀ ਆਤਮਕ ਤ੍ਰਿਪਤੀ ਨਹੀਂ ਹੋਈ। ਸੰਚ ਸੰਚ ਸਾਕਤ ਮੂਏ, ਨਾਨਕ ਮਾਇਆ ਨਾ ਸਾਥ। ਸੰਚ ਦਾ ਅਰਥ ਹੁੰਦਾ ਇਕੱਤਰ ਕਰਨਾ,
ਇਕੱਠਾ ਕਰ ਲੈਣਾ। ਵਰਤ ਲਿਆ ਠੀਕ ਹੈ, ਇਤਨਾ ਕੁ ਸੰਚ ਕਰ ਲਿਆ, ਵਰਤਨ ਦਾ ਸਮਾਂ ਹੀ ਨਹੀਂ। ਬੰਦਾ ਰੋਟੀ ਇਕੱਠੀ ਕਰਨ 'ਚ ਹੀ ਲੱਗਾ ਰਹਿੰਦਾ ਹੈ, ਖਾਣ ਦਾ ਸਮਾਂ ਹੀ ਨਹੀਂ ਮਿਲਦਾ। ਇਹ ਵੀ ਹਕੀਕਤ ਹੈ, ਜਿੰਨੀ ਰੋਟੀ ਇਕੱਠੀ ਹੋ ਗਈ ਭੁੱਖ ਓਨੀ ਮਰ ਜਾਂਦੀ ਹੈ। ਆ ਰੋਟੀ ਇਕੱਠੀ ਹੋ ਗਈ, ਮਾਲਕ ਬਣ ਗਏ, ਭੁੱਖ ਮਰ ਗਈ, ਰਸ ਮੁੱਕ ਗਿਆ ਜੀਵਨ 'ਚੋਂ। ਇੱਕ ਉਹ ਨੇ ਜਿਹੜੇ ਰੋਟੀ ਲੱਭ ਰਹੇ ਨੇ, ਇੱਕ ਉਹ ਨੇ ਜਿਹੜੇ ਰੋਟੀ ਲੱਭਣ ਵਾਸਤੇ ਭੱਜੇ ਫਿਰਦੇ ਨੇ। ਕਈਆਂ ਨੂੰ ਗੁਜ਼ਰਾਨ ਬੜੀ ਮੁਸ਼ਕਿਲ ਹੁੰਦਾ ਹੈ, ਤੇ ਕਈਆਂ ਨੇ ਇੰਨਾ ਕੁ ਸੰਚ ਲਿਆ। ਇਹ ਸਾਡੇ ਸਮਾਜ ਦਾ ਅੱਜ ਵੀ ਦੁਖਾਂਤ ਹੈ। ਪਹਿਲੋਂ ਵੀ ਐਸਾ ਹੁੰਦਾ ਸੀ, ਰਾਜੇ, ਹਾਕਮ, ਚੌਧਰੀ ਸਾਰਾ ਕੁਝ ਇਕੱਠਾ ਕਰ ਲੈਂਦੇ ਸੀ। ਆਮ ਲੋਕ ਵਿਲਕਦੇ ਸਨ, ਰਾਜੇ ਵੀ ਹਾਕਮ ਵੀ ਚਾਹੁੰਦੇ ਨੇ ਵੀ ਲੋਕ ਸਾਡੇ ਅੱਗੇ ਵਿਲਕਦੇ ਰਹਿਣ, ਮੰਗਦੇ ਰਹਿਣ। ਅੱਜ ਵੀ ਇਸੇ ਤਰ੍ਹਾਂ ਹੈ। ਸਤਿਗੁਰਾਂ ਨੇ ਬੜਾ ਸੋਹਣੀ ਕਿਰਪਾ ਕੀਤੀ ਸੀ, ਜਿੱਥੇ ਦਸਵੰਧ ਵੰਡ ਛਕਣ ਦੀ ਮਰਿਆਦਾ ਸੀ, ਤਾਂ ਜੋ ਭਾਈ ਜੇ ਤੇਰੇ ਕੋਲ ਹੋ ਜਾਏ, ਉਹਦੇ ਚੋਂ ਤੂੰ ਵੇਖੀ ਆਸੇ ਪਾਸੇ ਕੋਈ ਲੋੜਵੰਦ ਹੈ, ਕੋਈ ਵੰਡ ਛਕੀ, ਤਾਂ ਜੋ ਤੇਰਾ ਕਮਾਇਆ ਹੋਇਆ ਧਨ ਉਹ ਸਫਲਾ ਹੋ ਸਕੇ। ਤਾਂ ਕਰਕੇ ਸਤਿਗੁਰਾਂ ਨੇ ਇਸ ਵਿੱਥ ਨੂੰ ਦੂਰ ਕਰਨ ਵਾਸਤੇ, ਇੱਕ ਦੇ ਕੋਲ ਬਹੁਤਾ ਧਨ ਹੈ, ਇੱਕ ਦੇ ਕੋਲ ਰੋਟੀ ਵੀ ਨਹੀਂ, ਤਾਂ ਗੁਰਦੇਵ ਨੇ ਮਰਿਆਦਾ ਸ਼ੁਰੂ ਕੀਤੀ ਹੈ ਵੰਡ ਛਕਣ ਦੀ, ਦਸਵੰਧ ਦੀ, ਤਾਂ ਜੋ ਹਰੇਕ ਦੀ ਲੋੜ ਪੂਰੀ ਹੋ ਸਕੇ। ਪਰ ਐਸਾ ਹੁੰਦਾ ਹੈ, ਕਈਆਂ ਨੇ ਇੰਨੀ ਕੁ ਇਕੱਠੀ ਕਰ ਲਈ ਹੈ, ਕਈਆਂ ਕੋਲ ਖਾਣ ਜੋਗੇ ਵੀ ਨਹੀਂ। ਅੱਜ ਜਿਹੜੇ ਆਪਾਂ ਜ਼ਿਆਦਾ ਧਰਮ ਦੇ ਕਰਮ ਕਰਦੇ ਹਾਂ, ਵਿਦੇਸ਼ਾਂ 'ਚ ਬੜਾ ਅਮੀਰੀ ਗਰੀਬੀ ਦਾ ਬਹੁਤਾ ਫਰਕ ਨਹੀਂ ਰਹਿ ਗਿਆ। ਉਹਨਾਂ ਦੇ ਵਸਤਰ ਤੋਂ, ਉਹਨਾਂ ਦੇ ਖਾਣ ਪਾਣ ਤੋਂ, ਰਹਿਣ ਸਹਿਣ ਤੋਂ, ਉੱਥੇ ਕੋਈ ਗਟਰ ਸਾਫ਼ ਕਰਨ ਵਾਲਾ ਹੋਏ, ਕੋਈ ਹੋਰ ਵੱਡੀ ਪਦਵੀ ਵਾਲਾ ਹੋਏ, ਉਹਨਾਂ ਦੇ ਲਾਈਫ ਸਟਾਈਲ ਵਿੱਚ, ਸਟੇਟਸ ਵਿੱਚ ਕੋਈ ਫਰਕ ਨਹੀਂ ਹੈ। ਉਹਨਾਂ ਨੇ ਇਹ ਵਿੱਥਾਂ ਦੂਰ ਕਰ ਲਈਆਂ ਜੀਵਨ 'ਚੋਂ। ਤੇ ਸਾਡੇ ਅਜੇ ਵੀ ਘੜਮ ਚੌਧਰੀ ਬੈਠੇ ਨੇ, ਵੀ ਜਿਹੜਾ ਹੈ ਆਪਣੇ ਭੜੋਲਿਆਂ 'ਚ ਪਾਈ ਜਾਓ। ਇੱਕ ਗਲੀਆਂ ਸਾਫ਼ ਕਰਨ ਵਾਲਾ ਉਹ 2-4 ਹਜ਼ਾਰ ਨਾਲ ਹੀ ਗੁਜ਼ਾਰਾ ਕਰੇਗਾ। ਸਾਡੇ ਸਮਾਜ ਜਿੰਨਾ ਚਿਰ ਤੱਕ ਇਹ ਵਿੱਥਾਂ ਨਹੀਂ ਮਿਟਦੀਆਂ, ਬਰਾਬਰੀ ਨਹੀਂ ਆ ਸਕਦੀ। ਕਿੰਨੀ ਵਿੱਥ ਹੈ, ਇੱਕ ਦਾ ਸਾਲ ਦਾ ਪੈਕੇਜ 15, 20, 25 ਲੱਖ ਹੈ। ਇੱਕ ਦੀ ਸਾਲ ਦੀ ਆਮਦਨ ਮੇਰੇ ਖਿਆਲ 'ਚ 20-25 ਹਜ਼ਾਰ ਹੀ ਹੁੰਦੀ ਹੈ। ਤਾਂ ਬੜਾ ਵਖਰੇਵਾਂ ਹੈ। ਤਾਂ ਹੀ ਬਾਣੀ ਨੇ ਕਿਹਾ ਵੀ ਜਿਹੜਾ ਵੀ ਕਿਰਤੀ ਹੈ, ਮਿਹਨਤ ਕਰਨ ਵਾਲਾ ਹੈ, ਉਹਦੇ ਵਿੱਚ ਇਕਸਾਰਤਾ ਚਾਹੀਦੀ ਹੈ। ਉਸ ਬਰਾਬਰ ਹੱਕਦਾਰ ਹੈ ਸਮਾਜ ਵਿੱਚ ਰਹਿਣ ਦਾ। ਉਹਨੂੰ ਵੀ ਹੱਕ ਹੈ ਰੱਬ ਦੀਆਂ ਦਾਤਾਂ ਨੂੰ ਬਰਾਬਰ ਵਰਤਣ ਦਾ। ਉਹ ਬੜਿਆਂ ਨੇ ਵਿੱਥ ਪਾਈ ਸੀ ਵੀ ਜਿਹੜਾ ਉੱਚੀ ਜਾਤ ਵਾਲਾ ਉਹ ਚਿੱਟੀ ਚੀਜ਼ ਵਰਤੇਗਾ, ਜਿਹੜਾ ਨੀਵੀਂ ਜਾਤ ਵਾਲਾ ਉਹ ਕੋਧਰੇ ਦੀ ਰੋਟੀ ਖਾਏਗਾ। ਉਹ ਵੇਖਿਓ ਪੱਛਮ ਲਹਿੰਦੇ ਵਾਲੇ ਪਾਸੇ ਰਹੇਗਾ, ਉੱਚੀ ਜਾਤ ਵਾਲੇ ਚੜ੍ਹਦੇ ਵਾਲੇ ਪਾਸੇ। ਅੱਜ ਵੀ ਪੰਜਾਬ ਦੇ ਪੁਰਾਣੇ ਪਿੰਡ ਵੇਖੋ, ਛੱਪੜਾਂ ਵਾਲੇ ਪਾਸੇ ਘਰ ਜਿਨ੍ਹਾਂ ਨੂੰ ਅਖੌਤੀ ਸ਼ੂਦਰ ਨੀਚ ਕਿਹਾ ਜਾਂਦਾ ਹੈ, ਉਹਨਾਂ ਦੇ ਹੁੰਦੇ ਨੇ। ਚੜ੍ਹਦੇ ਵਾਲੇ ਪਾਸੇ ਘਰ ਜ਼ਿਮੀਂਦਾਰਾਂ ਦੇ ਹੁੰਦੇ ਨੇ। ਸਤਿਗੁਰਾਂ ਨੇ ਹੀ ਤੇ ਦੂਰ ਕੀਤਾ ਹੈ ਵਿਤਕਰਾ, ਵੀ ਇਹ ਨਾ ਹੋਏ ਕੋਈ ਇੰਨਾ ਕੁ ਇਕੱਠਾ ਕਰ ਲੈ, ਕਿਸੇ ਦਾ ਹੱਕ ਹੀ ਖੋਹ ਲੈ, ਕਿਸੇ ਨੂੰ ਰੋਟੀ ਵੀ ਨਸੀਬ ਨਾ ਹੋਏ। ਤੇ ਮੇਰੇ ਸਾਹਿਬ ਕਹਿੰਦੇ ਇਹ ਨਾ ਕਹੇ ਕੋਈ ਵੀ ਮੈਂ ਵੱਲ ਛਲ ਕਰਕੇ ਕਮਾ ਕੇ ਸ਼ਾਇਦ ਵੱਡਾ ਹੋਊਂਗਾ, ਸੁਖੀ ਹੋਊਂਗਾ। ਬੜੇ ਰੋਂਦੇ ਵੇਖੇ ਨੇ, ਬੜੇ ਉਹਦੇ ਚੋਂ ਦੁੱਖ ਪ੍ਰਗਟ ਹੁੰਦੇ ਨੇ। ਜਿਹਨੂੰ ਗੁਰਦੇਵ ਆਖਦੇ ਨੇ, ਸੰਚ ਸੰਚ ਸਾਕਤ ਮੂਏ, ਨਾਨਕ ਮਾਇਆ ਨਾ ਸਾਥ। ਕਿੰਨੇ ਸੰਚ ਕਰਕੇ, ਇਕੱਤਰ ਕਰਕੇ, ਸਟੋਰ ਕਰਕੇ ਚਲੇ ਗਏ। ਵਰਤਨ ਦਾ ਕਿੰਨਿਆਂ ਕੋਲ ਇੰਨਾ ਕੁ ਧਨ ਹੈ, ਕਈ ਪੀੜ੍ਹੀਆਂ ਵਰਤੀ ਜਾਣ, ਮੁੱਕਣਾ ਨਹੀਂ ਹੈ। ਜਿਹੜੇ ਵੱਡੇ ਸਰਮਾਏਦਾਰ ਨੇ, ਇੰਨਾ ਕੁ ਹੈ, ਉਹ ਫਿਰ ਵੀ ਨਹੀਂ ਰੱਜ ਰਹੇ।
ਉਹ ਫੇਰ ਵੀ ਚਾਹ ਰਹੇ ਨੇ ਵੀ ਹੱਕ ਖੋਲ੍ਹੀਏ, ਕਿਸਾਨਾਂ ਦਾ ਵੀ ਖੋਲ੍ਹੀਏ, ਮਜ਼ਦੂਰਾਂ ਦਾ ਵੀ ਖੋਲ੍ਹੀਏ, ਦਿਹਾੜੀਦਾਰਾਂ ਦਾ ਵੀ ਖੋਲ੍ਹੀਏ। ਰੱਜ ਨਹੀਂ ਰਹੇ ਸਰਮਾਏਦਾਰ। ਐਸੇ ਐਸੇ ਸਰਮਾਏਦਾਰ ਜਿਨ੍ਹਾਂ ਦੀਆਂ ਪੀੜ੍ਹੀਆਂ ਖਾਂਦੀਆਂ ਰਹਿਣ ਤਾਂ ਵੀ ਮੁੱਕੇਗਾ ਨਹੀਂ। ਤੇ ਇਹ ਪਾੜਾ ਵੱਧਦਾ ਜਾ ਰਿਹਾ। ਸਾਡੇ ਇਸ ਦੇਸ਼ ਅੰਦਰ ਅਮੀਰ ਅਮੀਰ ਹੋ ਰਿਹਾ, ਗਰੀਬ ਗਰੀਬ ਹੋ ਰਿਹਾ। ਹੋਇਆ ਇਸੇ ਤਰ੍ਹਾਂ। ਅਮੀਰਾਂ ਦੀ ਆਮਦਨ ਹੋਰ ਵੱਧ ਗਈ, ਗਰੀਬਾਂ ਦੀਆਂ ਦਿਹਾੜੀਆਂ ਵੀ ਛੁੱਟ ਗਈਆਂ ਕਰੋਨਾ 'ਚ। ਕੋਈ ਰੇਹੜੀ ਲਾਉਂਦਾ ਸੀ, ਉਹਦੀ ਰੇਹੜੀ ਵੀ ਬੰਦ ਹੋ ਗਈ। ਐਸੇ ਸਿਸਟਮ ਦੇ ਵਿੱਚ ਆਪਾਂ ਸੋਚਾਂਗੇ ਵੀ ਸਮਾਜ ਚੰਗਾ ਹੋਏਗਾ, ਐਸੇ ਸਿਸਟਮ 'ਚ ਖੁਸ਼ਹਾਲੀ ਆਏਗੀ, ਬੜਾ ਮੁਸ਼ਕਲ ਹੈ। ਤਾਂ ਮੇਰੇ ਗੁਰਦੇਵ ਕਹਿੰਦੇ ਜਦੋਂ ਸਭ ਦਾ ਧਿਆਨ ਰੱਖਿਆ ਜਾਏ, ਇਹ ਨਾ ਹੋਏ ਇਤਨਾ ਕੁਝ ਹੈ ਵਰਤਨ ਦਾ ਸਮਾਂ ਹੀ ਨਹੀਂ। ਉਹ ਇਸੇ ਤਰ੍ਹਾਂ ਬਣਾਉਂਦਾ, ਇਕੱਠੇ ਕਰਦਾ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਸੰਚ ਸੰਚ ਕੈ ਇਕੱਠਾ ਕਰ ਕਰ, ਜੈਸੇ ਮਧ ਮਾਖੀ ਸੰਚ ਸੰਚ ਕੈ ਇਕੱਤਰ ਕਰੈ, ਹਰੈ ਮਧੂ ਆਏ ਤਾਕੇ ਮੁਖ ਛਾਰ ਡਾਰੈ। ਸ਼ਹਿਦ ਦੀ ਮੱਖੀ ਇਕੱਠੀ ਕਰਦੀ ਰਹੀ, ਵਿਚਾਰੀ ਨੂੰ ਮਿਲਿਆ ਕੀ? ਕੁਝ ਵੀ ਨਹੀਂ ਮਿਲਿਆ। ਇਤਨਾ ਕੁਛ ਸ਼ਹਿਦ ਇਕੱਠਾ ਕੀਤਾ, ਖਾਂਦਾ ਬੰਦਾ ਹੈ। ਸ਼ਹਿਦ ਮੱਖੀਆਂ ਇਕੱਠੀਆਂ ਕਰਦੀਆਂ ਨੇ, ਖਾਂਦੇ ਕੌਣ? ਆਪਾਂ ਸ਼ੀਸ਼ੀਆਂ ਪਾ ਕੇ ਸਰਮਾਏਦਾਰ ਵੇਚ ਦਿੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਇੱਕ ਗਾਂ ਮੱਝ ਨੇ ਆਪਣੇ ਬੱਚੇ ਵਾਸਤੇ ਦੁੱਧ ਇਕੱਠਾ ਕੀਤਾ, ਪੀਂਦਾ ਕੌਣ ਹੈ ਬੰਦਾ? ਉਹ ਵੀ ਵੈਜੀਟੇਰੀਅਨ ਕਹੀ ਜਾਂਦੇ ਨੇ। ਉਹ ਵੀ ਤੇ ਇੱਕ ਰੂਪ ਦਾ ਮਿੱਝ ਮਾਸ ਚੋਂ ਹੀ, ਇੱਕ ਜਿੰਦੇ ਜਾਨਵਰ ਚੋਂ ਹੀ ਨਿਕਲਿਆ ਨਾ ਦੁੱਧ ਵੀ। ਤੇ ਉਹ ਵੀ ਟੀਕੇ ਲਾ ਲਾ ਕੇ ਅੱਜ ਜਿਹੜਾ ਸਾਡਾ ਸਮਾਜ ਇੰਨਾ ਖੁਦਗਰਜ਼ ਸਵਾਰਥੀ ਹੋ ਗਿਆ। ਫਿਰ ਆਪਾਂ ਲੇਬਲ ਲਾ ਲੈਂਦੇ ਹਾਂ, ਨਹੀਂ ਮੈਂ ਆਹ ਨਹੀਂ ਖਾਂਦਾ, ਮੈਂ ਆਹ ਧਰਮੀ ਬਣ ਗਿਆ। ਭਾਈ ਗੁਰਦਾਸ ਜੀ ਕਹਿੰਦੇ ਗਾਂ ਮੱਝ ਦਾ ਦੁੱਧ ਬੱਚੇ ਵਾਸਤੇ ਹੈ। ਹਰ ਮਧੂ ਆਏ ਤਾਕੈ ਮੁਖ ਛਾਰ ਡਾਰ ਹੈ, ਜੈਸੇ ਬਛ ਹੇਤ ਗਊ ਸੰਚਤ ਹੈ, ਖੀਰ ਲੇਤ ਹੈ ਅਹੀਰ, ਦੋਹੇ ਬਛਰੇ ਬਿਡਾਰ ਕੈ। ਉਹ ਖੋਲਿਆ ਕਿਸੇ ਨੇ। ਸਮਾਜ ਵਿੱਚ ਇਸੇ ਤਰ੍ਹਾਂ ਹੁੰਦਾ, ਹੋ ਰਿਹਾ ਹੈ। ਅੰਤ ਬਾਰ ਕਾ ਛਾੜ ਚੱਲੇ ਦੋ ਕਰ ਝਾਰ ਕੈ। ਅਖੀਰ ਆਉਂਦੀ ਹੈ, ਬੰਦੇ ਦੀਆਂ ਮੁੱਠੀਆਂ ਵੀ ਨਹੀਂ ਬੰਦ ਹੁੰਦੀਆਂ, ਉਹ ਖੁੱਲ੍ਹੀਆਂ ਹੀ ਰਹਿ ਗਈਆਂ। ਹੱਥ ਝਾੜ ਕੇ ਤੁਰ ਪਿਆ। ਤਾਂ ਗੁਰੂ ਕੀ ਬਾਣੀ ਨੇ ਤਾਂ ਹੀ ਕਿਹਾ, ਤੂੰ ਘਾਲ ਕਰ, ਉਦਮ ਕਰ, ਦੂਜੇ ਦਾ ਵੀ ਖਿਆਲ ਰੱਖੀ। ਬੜੇ ਰੋਗੀ ਨੇ, ਬੜੇ ਦੁਖੀ ਨੇ ਸਮਾਜ ਵਿੱਚ, ਪੁੱਛਿਆ ਕਰੀਏ। ਠੀਕ ਹੈ, ਗੁਰੂ ਕੋਲ ਆਏ ਆ, ਇਹ ਯਾਦ ਭੁੱਲ ਗਈ ਸਾਨੂੰ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਤੇ ਕਈ ਵਾਰ ਅਸੀਂ ਦਿੰਨੇ ਵੀ ਵੱਡਿਆਂ ਨੂੰ ਹੀ ਆ, ਰੱਜੇ ਪੁੱਜਿਆਂ ਨੂੰ। ਉਹ ਜਿਹੜੇ ਵਿਚਾਰੇ ਕਰੋਨਾ 'ਚ ਭਾਈ ਅਰਦਾਸਾਂ ਕਰਦੇ ਰਹੇ ਸ਼ਮਸ਼ਾਨ ਘਾਟ, ਉਹ ਨਹੀਂ ਚੇਤੇ ਆਏ, ਗਾਇਕੀ ਚੇਤੇ ਆਉਂਦੇ ਨੇ ਸਾਨੂੰ। ਦਿੱਤਾ ਵੀ ਬੰਦੇ ਨੇ ਉੱਥੇ ਜਿੱਥੇ ਲੋੜ ਨਹੀਂ ਸੀ। ਤਾਂ ਹੀ ਬਾਣੀ ਕਹਿੰਦੀ ਅਕਲ ਨਾਲ ਸੇਵਾ ਕਰੀ। ਉਹ ਇੱਕ ਸਾਖੀ ਆਉਂਦੀ ਹੈ ਗੁਰੂ ਇਤਿਹਾਸ ਅੰਦਰ, ਵੈਸੇ ਤੇ ਬੜੀਆਂ ਨੇ। ਭਾਈ ਕੱਟੂ ਜੀ ਆ ਜੰਮੂ ਦੇ ਰਹਿਣ ਵਾਲੇ, ਗੁਰੂ ਹਰਗੋਬਿੰਦ ਸਾਹਿਬ ਉਸ ਸਮੇਂ ਤਖਤ 'ਤੇ ਬਿਰਾਜਮਾਨ। ਤੇ ਜਦੋਂ ਗੁਰੂ ਦਰ ਵੱਲ ਤੁਰਿਆ ਇਹ ਕਾਫਲਾ, ਤੇ ਉਹ ਸ਼ਹਿਦ ਬੜਾ ਕੀਮਤੀ, ਚਲੋ ਭੇਟ ਕਰਾਂ ਮੈਂ, ਤੋਂ ਲੈ ਕੇ ਤੁਰਿਆ। ਤੇ ਰਾਹ 'ਚ ਕੋਈ ਬਜ਼ੁਰਗ ਸੀ, ਖਾਂਸੀ ਬੜੀ ਉਹਨੇ ਬੜੇ ਵਾਸਤੇ ਪਾਏ, ਭਾਈ ਮੈਨੂੰ ਖਾਂਸੀ ਬੜੀ ਹੈ, ਜੇ ਜਿਹੜਾ ਤੇਰੇ ਕੋਲ ਸ਼ਹਿਦ ਹੈ ਥੋੜ੍ਹਾ ਜਿਹਾ ਮਿਲ ਜਾਏ। ਉਹ ਕਹਿੰਦਾ ਨਹੀਂ, ਗੁਰੂ ਵਾਸਤੇ ਹੈ, ਗੁਰੂ ਨੇ ਭੋਗ ਲਾਉਣਾ ਹੈ, ਇਹ ਝੂਠਾ ਨਹੀਂ ਮੈਂ ਕਰਨਾ ਚਾਹੁੰਦਾ। ਜਦੋਂ ਭਾਈ ਕੱਟੂ ਸ਼ਹਿਦ ਦਾ ਡੱਬਾ ਲਿਆ ਕੇ ਸਤਿਗੁਰ ਅੱਗੇ ਰੱਖਦੇ ਨੇ, ਸਾਹਿਬ ਕਹਿੰਦੇ ਆ ਬਦਬੂਦਾਰ ਸ਼ਹਿਦ ਸਾਡੇ ਵਾਸਤੇ ਕੌਣ ਲੈ ਕੇ ਆਇਆ? ਇਹ ਗੰਦਾ ਬਦਬੂ ਵਾਲਾ ਸ਼ਹਿਦ ਅਸੀਂ ਨਹੀਂ ਖਾਣਾ। ਉਹ ਭਾਈ ਕੱਟੂ ਕਹਿਣ ਲੱਗੇ ਨਹੀਂ ਸਤਿਗੁਰ ਇਹ ਬੜਾ ਕੀਮਤੀ ਹੈ, ਮੈਂ ਤੁਹਾਡੇ ਵਾਸਤੇ ਲੈ ਕੇ ਆਇਆ। ਸਤਿਗੁਰ ਕਹਿੰਦੇ ਲੋੜ ਨਹੀਂ, ਜਦੋਂ ਮੰਗਿਆ ਸੀ ਉਦੋਂ ਦਿੱਤਾ ਨਹੀਂ। ਹੁਣ ਇਸ ਜ਼ਹਿਰ ਨੂੰ ਅਸੀਂ ਕੀ ਕਰੀਏ? ਜ਼ਹਿਰ ਵਰਗਾ
ਇਹ ਹੈ, ਅਸੀਂ ਨਹੀਂ ਛਕਣਾ। ਉਹ ਮੇਰੇ ਸਾਹਿਬ ਨੇ ਪ੍ਰਮਾਣ ਨਹੀਂ ਸੀ ਕੀਤਾ ਵੀ ਜਿੱਥੇ ਲੋੜ ਹੈ। ਸਤਿਗੁਰ ਕਹਿੰਦੇ ਜਦੋਂ ਮੰਗਿਆ ਸੀ ਅਸੀਂ, ਮਨੁੱਖਤਾ 'ਚ ਹੀ ਰੱਬ ਵਰਤਦਾ ਹੈ ਨਾ, ਉੱਥੇ ਵੀ ਜਿੱਥੇ ਲੋੜ ਸੀ ਨਹੀਂ ਦਿੱਤਾ, ਹੁਣ ਕੀ ਕਰਾਂ ਮੈਂ ਇਹਦਾ। ਉਹ ਨਹੀਂ ਸੀ ਪ੍ਰਵਾਨ ਕੀਤਾ, ਉਹ ਖਰਾਬ, ਉਹ ਮੈਂ ਕਹਿੰਦਾ ਪੁੰਨ ਦਾਨ ਕੀਤਾ ਹੋਇਆ ਵੀ ਖਰਾਬ ਹੋ ਜਾਂਦਾ ਹੈ। ਸੱਚ ਜਾਣਿਓ, ਜਿੱਥੇ ਲੋੜ ਨੂੰ ਮੁੱਖ ਨਹੀਂ ਰੱਖਿਆ ਗਿਆ, ਜਿੱਥੇ ਇਹ ਨਹੀਂ ਵੇਖਿਆ ਗਿਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਇਹ ਗੁਰੂ ਨੇ ਹੁਕਮ ਕੀਤਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਵੀ ਦਹੀਂ ਕਮਾ ਕੇ ਦਹੀਂ, ਆ ਕੇ ਦਹੀਂ, ਛੁਪਾ ਕੇ ਦਹੀਂ। ਜਦੋਂ ਵੀ ਸਿੱਖਾ ਤੂੰ ਦੇਣਾ ਹੈ ਨਾ ਕੁਝ, ਤਿੰਨ ਗੱਲਾਂ ਧਿਆਨ ਰੱਖੀ ਹਮੇਸ਼ਾ। ਜਦੋਂ ਵੀ ਕੋਈ ਸੇਵਾ ਕਰਦੇ ਹੋ, ਗੁਰੂ ਘਰ ਕਰਦੇ ਹੋ, ਕਿਸੇ ਤਿੰਨ ਗੱਲਾਂ ਸਿੱਖ ਖਿਆਲ ਰੱਖੇ ਹਮੇਸ਼ਾ ਹੀ। ਸਭ ਤੋਂ ਪਹਿਲੀ ਗੱਲ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਕਮਾ ਕੇ ਦਹੀਂ। ਚੱਲ ਜੇ ਪਰਚੀ ਵੀ ਕਟਾਉਣੀ ਹੈ, ਕਮਾਏ ਚੋਂ ਕਟਾਈ। ਇਹ ਨਾ ਹੋਇਆ ਵੀ ਉਹ ਜਿਹੜਾ ਤੇਰਾ ਕਮਾਈ ਦਾ ਨਹੀਂ ਹੈ, ਉਹਦੇ ਚੋਂ ਸੋਚੇ ਵੀ ਚੱਲ ਇਹਨਾਂ ਦਾ ਮੈਂ ਗੁਰੂ ਨੇ ਦੇ ਦੇਣਾ, ਬਾਕੀ ਮੇਰਾ ਨਹੀਂ। ਸਭ ਤੋਂ ਪਹਿਲੀ ਸ਼ਰਤ ਹੈ ਕਮਾ ਕੇ ਦਹੀਂ। ਦੂਸਰੀ ਸ਼ਰਤ ਹੈ ਆ ਕੇ ਦਹੀਂ। ਇਹ ਨਾ ਸੋਚੀ ਮੇਰੇ ਦਰ ਤੇ ਕੋਈ ਦਰਵਾਜ਼ਾ ਖੜਕਾਏਗਾ, ਮੇਰੇ ਕੋਲ ਮੰਗੇਗਾ, ਫਿਰ ਮੈਂ ਦਊਂਗਾ। ਨਹੀਂ, ਜਿੱਥੇ ਲੋੜ ਹੋਈ ਤੂੰ ਆਪ ਆ ਕੇ ਦਈ। ਤੀਸਰੀ ਬੜੀ ਅਹਿਮ ਗੱਲ ਹੈ, ਉਹ ਹੈ ਛੁਪਾ ਕੇ ਦਈ। ਐਵੇਂ ਨਾ ਦੱਸ ਦਈ ਵੀ ਆਹ ਕੁੜੀਆਂ ਗਰੀਬ ਨੇ, ਇਹਨਾਂ ਦਾ ਵਿਆਹ ਮੈਂ ਕੀਤਾ। ਮੈਂ ਵੇਖਦਾ ਹੁੰਦਾ ਕਈ ਵਾਰ ਇਸ਼ਤਿਹਾਰ ਲੱਗ ਜਾਂਦੇ ਨੇ, ਕਿਸੇ ਦੀ ਗਰੀਬੀ ਨੂੰ ਸਾਰਿਆਂ ਦੇ ਸਾਹਮਣੇ ਨਸ਼ਰ ਕੀਤਾ ਜਾਂਦਾ ਹੈ। ਫਿਰ ਮੈਂ ਬੇਨਤੀ ਕਰਾਂ, ਇਹ ਤਿੰਨ ਨੁਕਤੇ ਜ਼ਰੂਰ ਪੱਲੇ ਬੰਨਿਓ ਜੇ ਸੇਵਾ ਕਰਨੀ ਹੈ, ਕੋਈ ਦਸਵੰਧ ਦੇਣਾ ਹੋਏ, ਕੋਈ ਵੀ ਹੈ। ਪਹਿਲਾਂ ਕਮਾ ਕੇ ਦਿਓ, ਆ ਕੇ ਦਿਓ, ਛੁਪਾ ਕੇ ਦਿਓ, ਉਹ ਜ਼ਰੂਰ ਪ੍ਰਵਾਨ ਹੋ ਜਾਂਦਾ ਹੈ। ਤੋ ਖੈਰ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਨਹੀਂ ਤਾਂ ਜੇ ਬੰਦੇ ਦੀ ਪਕੜ ਬਣ ਜਾਏ, ਬੰਦਾ ਕਦੇ ਰੱਜਦਾ ਨਹੀਂ, ਕਦੇ ਵੀ ਤ੍ਰਿਪਤ ਨਹੀਂ ਹੁੰਦਾ। ਤੇ ਪੌੜੀ ਥੱਥਾ ਥਿਰ ਕੋਊ ਨਹੀਂ ਕਾਏ, ਪਸਾਰੋ ਪਾਮ। ਗੁਰਦੇਵ ਕਹਿੰਦੇ ਬਹੁਤੇ ਪੈਰ ਨਾ ਪਸਾਰ, ਬਸ ਉਹਨਾਂ ਕੁ ਪਸਾਰ ਜਿੰਨਾ ਕੁ ਸਮੇਟ ਲੈ। ਜਿੰਨੇ 'ਚ ਤੇਰੀ ਤ੍ਰਿਸ਼ਨਾ ਨਾ ਵਧੇ, ਤੇਰੇ ਲਾਲਚ ਨਾ ਵੱਧ ਜਾਣ, ਤੇਰੇ ਪਾਪ ਨਾ ਵੱਧ ਜਾਣ, ਬਸ ਉਹਨਾਂ ਕੁ ਪਸਾਰਾ ਰੱਖੀ, ਕੰਟਰੋਲ ਦੇ ਅੰਦਰ, ਸੀਮਾ ਦੇ ਅੰਦਰ। ਤੇ ਸਾਹਿਬ ਕਹਿੰਦੇ ਜੇ ਬਹੁਤਾ ਪਸਾਰ ਲਿਆ ਫਿਰ ਸਮੇਟਿਆ ਨਹੀਂ ਜਾਣਾ, ਪਛਤਾਏਗਾ, ਰੋਏਗਾ। ਤਾਂ ਹੀ ਬਹੁਤੇ ਰੋਂਦੇ ਨੇ, ਕਰਲਾਉਂਦੇ ਨੇ ਵੀ ਹਾਏ ਆ ਵੀ ਨਾਲ ਨਹੀਂ ਜਾਣਾ, ਹਾਏ ਆ ਵੀ ਨਾਲ ਨਹੀਂ ਜਾਣਾ। ਫਿਰ ਧਿਆਨ ਇੱਥੇ ਹੀ ਰਹਿ ਜਾਂਦਾ ਹੈ, ਉਸ ਮਾਲਕ ਦਾ ਨਹੀਂ ਆਉਂਦਾ। ਤੋ ਸਾਹਿਬ ਕਹਿੰਦੇ ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ। ਤੋ ਤੈਨੂੰ ਪਛਤਾਵਾ ਨਾ ਹੋਏ, ਤੋ ਥੱਥਾ ਥਿਰ ਕੋਊ ਨਹੀਂ ਕਾਏ, ਪਸਾਰੋ ਪਾਮ। ਅਨਕ ਬੰਚ ਬਲ ਛਲ ਕਰੋ, ਮਾਇਆ ਏਕ ਉਪਾਵ। ਸਾਹਿਬ ਆਖਦੇ ਨੇ ਇੱਕ ਮਾਇਆ ਵਾਸਤੇ ਕਿੰਨੇ ਵੱਲ ਛਲ ਕਰਦਾ, ਇਹ ਨਾ ਕਰੀ। ਸਿੱਧੇ ਢੰਗ ਨਾਲ, ਸਾਫ ਸੁਥਰੀ ਨੀਅਤ ਨਾਲ। ਠੀਕ ਹੈ, ਤੇਰਾ ਕਾਰੋਬਾਰ ਹੋਏ, ਤੇਰਾ ਬਿਜ਼ਨਸ ਹੋਏ, ਤੇਰਾ ਵਪਾਰ ਹੋਏ, ਉਹਦੇ ਚੋਂ ਸੇਵਾ ਹੋਏ, ਉਹਦੇ ਚੋਂ ਪਰਉਪਕਾਰ ਹੋਏ, ਉਹਦੇ ਚੋਂ ਦਸਵੰਧ ਹੋਏ, ਪਰ ਵੱਲ ਛਲ ਨਾ ਹੋਏ। ਤੇ ਗੁਰੂ ਕੀ ਬਾਣੀ ਕਹਿੰਦੀ ਬੰਦੇ ਦੀ ਫਿਤਰਤ ਹੈ ਇੱਕ ਬੜੀ ਵੱਡੀ। ਕਿਹੜੀ? ਬੰਦਾ ਬਾਹਰੋਂ ਲੁੱਟਦਾ ਹੈ, ਬੜਾ ਖੁਸ਼ ਹੁੰਦਾ ਹੈ, ਅੰਦਰ ਘਰ ਆ ਕੇ ਲੁਟਾਉਂਦਾ ਹੈ, ਬੜਾ ਖੁਸ਼ ਹੁੰਦਾ ਹੈ। ਦੂਜੇ ਕੋਲੋਂ ਖੋ ਕੇ ਖੁਸ਼ ਹੋਇਆ, ਘਰ ਵਾਲਿਆਂ ਕੋਲੋਂ ਖਵਾ ਕੇ ਖੁਸ਼ ਹੋਇਆ। ਬਾਹਰ ਲੁੱਟਦਾ ਹੈ, ਘਰ ਲਟਾਉਂਦਾ ਹੈ, ਫਿਰ ਠੱਗੀ ਮਾਰਦਾ ਹੈ ਕਰੋੜਾਂ ਦੀ, ਫਿਰ ਪੈਲਸ ਬੁੱਕ ਕਰਦਾ ਹੈ ਕਰੋੜਾਂ ਦੇ। ਧੀ ਤੇ ਖਰਚ ਤਾਂ ਘੱਟ ਖਰਚ ਲੈਂਦਾ, ਠੱਗੀ ਨਾ ਮਾਰਦਾ। ਕੀ ਲੋੜ ਸੀ, ਥੋੜਾ ਖਰਚ ਲਏ। ਹੁਣ ਬਾਹਰੋਂ ਕਰੋੜਾਂ ਦੀ ਠੱਗੀ ਮਾਰੀ, ਫਿਰ ਕਰੋੜਾਂ ਵਿਆਹ ਚ ਲਾਉਂਦਾ ਹੈ, ਦੁਨੀਆ ਨੂੰ ਖੁਸ਼ ਕਰਦਾ ਹੈ, ਘਰ ਦੇ ਜੀਆਂ ਨੂੰ ਖੁਸ਼ ਕਰਦਾ ਹੈ। ਜਿਹਨੂੰ ਬਾਣੀ ਨੇ ਕਿਹਾ ਬਹੁ ਪਰ ਪੰਚ ਕਰ ਪਰ ਧਨ ਲਿਆਵੈ,
ਸੁਤਦਾਰਾ ਪੈ ਆਣ ਲੁਟਾਵੈ, ਬਾਹਰੋਂ ਲੁੱਟਦਾ ਹੈ ਘਰ ਆ ਕੇ ਲਟਾਉਂਦਾ। ਸੁਤਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਮਨ ਤੂੰ ਨਾ ਇਹ ਕਰੀ, ਥੋੜ੍ਹਾ ਖਰਚ ਲਈ, ਸਾਦਾ ਵਿਆਹ ਕਰ ਲਈ, ਜਿੰਨਾ ਹੋਏ ਰੱਬ ਨੇ ਦਿੱਤਾ ਉਹਨਾਂ ਚਲੋ ਕੋਈ ਗਹਿਣਾ ਵਰਤ ਲਿਆ, ਕੋਈ ਚੀਜ਼ ਵਰਤ ਲਈ, ਕੋਈ ਵਸਤਰ ਵਰਤ ਲਏ, ਪਰ ਉਹਦੇ ਨਾਲ ਤੂੰ ਕਿਸੇ ਦੇ ਹੱਕ ਨਾਲ ਆਪਣੇ ਹੱਥ ਮਨ ਨਾ ਰੰਗੀ। ਤੂੰ ਉਹ ਖੂਨ ਦੀਆਂ ਰੋਟੀਆਂ ਗੁਰੂ ਨਾਨਕ ਸਾਹਿਬ ਕਹਿੰਦੇ ਮਲਕ ਭਾਗੋ ਮੈਂ ਕਿਵੇਂ ਖਾਵਾਂ, ਆ ਤੇਰੇ ਭਾਣੇ ਘਿਓ ਹੋਏਗਾ ਪੂੜੀਆਂ 'ਚ ਲੱਗਾ, ਮੇਰੇ ਵਾਸਤੇ ਤੇ ਖੂਨ ਹੀ ਹੈ। ਮਲਕ ਭਾਗੋ ਮੇਰੇ ਕੋਲ ਰੋਟੀਆਂ ਤੇਰੀਆਂ ਨਹੀਂ ਖਾਧੀਆਂ ਜਾਣੀਆਂ, ਭਾਵੇਂ ਸੁੱਕੀਆਂ ਨੇ ਚਲੋ ਠੀਕ ਹੈ, ਭਾਈ ਲਾਲੋ ਦੀਆਂ ਆਪਣੀਆਂ ਤੇ ਹੈ, ਆਪਣੀ ਮਿਹਨਤ ਮੁਸ਼ੱਕਤ ਦੀ ਹੈ। ਸੋ ਚਲੋ ਜਿੰਨਾ ਵੀ ਹੋਏ ਆਪਣਾ, ਉਹਦੇ 'ਚ ਮੇਰੇ ਗੁਰਦੇਵ ਕਹਿੰਦੇ ਕਿਸੇ ਦਾ ਹੱਕ ਨਾ ਹੋਏ, ਕੋਈ ਬਲ ਛਲ ਨਾ ਹੋਏ, ਕੋਈ ਧੋਖਾ ਨਾ ਹੋਏ। ਠੀਕ ਹੈ, ਆਪਣੀ ਮਿਹਨਤ ਹੈ, ਆਪਣਾ ਉਦਮ ਹੈ, ਆਪਣਾ ਕਾਰੋਬਾਰ ਹੈ, ਕਈ ਹੋਰਾਂ ਨੂੰ ਵੀ ਰੋਜ਼ਗਾਰ ਦੇ ਦਿੱਤਾ, ਪਰ ਸਤਿਗੁਰ ਕਹਿੰਦੇ ਨੇ ਅਨਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ। ਜੇ ਇਹਦੇ ਵਾਸਤੇ ਤੁਸੀਂ ਕਰੋਗੇ, ਪੈਰ ਪਸਾਰੋਗੇ, ਪਰ ਇਹ ਸਾਥ ਨਹੀਂ ਨਿਭਾਉਂਦੀ ਸਦਾ। ਥੈਲੀ ਸੰਚੋ ਸ਼ਰਮ ਕਰੋ, ਥਾਕ ਪਰੋ ਗਵਾਰ। ਥੈਲੀ ਪੁਰਾਣੇ ਜ਼ਮਾਨੇ 'ਚ ਅੱਜ ਵਰਗੇ ਅਕਾਊਂਟ ਬੈਂਕ ਲੋਕਰ ਨਹੀਂ ਸੀ ਹੁੰਦੇ। ਲੋਕ ਕੀ ਕਰਦੇ ਸਨ, ਉਹ ਮੋਹਰਾਂ ਸਨ ਜਿਹੜੀਆਂ, ਉਹਦੀ ਗੁਥਲੀ ਥੈਲੀ ਬਣਾ ਕੇ ਆਪਣੀ ਲੱਕ ਨਾਲ ਗੰਢ ਮਾਰ ਕੇ ਰੱਖਦੇ ਸਨ। ਉਹ ਨਹੀਂ ਸੀ ਖੋਲ੍ਹਦੇ ਕਦੇ, ਉਹ ਦੱਸਦੇ ਵੀ ਨਹੀਂ ਸੀ ਕਿਸੇ ਨੂੰ, ਜਿਵੇਂ ਅੱਜ ਕੱਲ੍ਹ ਆਪਾਂ ATM ਨੰਬਰ ਨਹੀਂ ਦੱਸਦੇ। ਉਹ ਆਪਣਾ ਪਰਸਨਲ ਹੁੰਦਾ ਸੀ। ਪਰ ਭਗਤ ਕਬੀਰ ਜੀ ਨੇ ਉਹ ਬਚਨ ਕਿਹਾ ਨਾ ਵੀ ਵਿਚਾਰੇ ਬੰਦੇ ਨੇ ਜੋੜ ਜੋੜ ਕੇ ਥੈਲੀ ਭਰੀ, ਲੱਕ ਨਾਲ ਬੱਧੀ, ਅੱਜ ਸਵਾਸ ਪੂਰੇ ਹੋ ਗਏ। ਘਰ ਵਾਲੇ ਧੀਆਂ ਪੁੱਤ ਭੱਜੇ ਆਏ, ਬਾਪੂ ਨੂੰ ਬਾਅਦ ਵਿੱਚ ਸਾਂਭਿਆ, ਥੈਲੀ ਪਹਿਲੋਂ ਖੋਲ ਲਈ, ਛਾਪ ਪਹਿਲੋਂ ਲਾ ਲਈ। ਸਰ ਹੁੰਦਾ ਹੈ, ਹਕੀਕਤ ਹੈ, ਇਹ ਕੋਈ ਅਣਹੋਣੀ ਨਹੀਂ, ਵਰਤਦਾ ਹੈ ਜੀਵਨ ਦੇ ਅੰਦਰ। ਪਰ ਠੀਕ ਹੈ, ਉਹ ਘਰ ਵਾਲਿਆਂ ਨੂੰ ਵੀ ਪਤਾ ਹੈ ਵੀ ਚੀਜ਼ ਨਾਲ ਨਹੀਂ ਜਾਣੀ, ਇਹ ਥੋੜ੍ਹਾ ਵੀ ਇਹਨੂੰ ਸਾੜ ਦਈਏ। ਇਹ ਗੱਲ ਇਸ ਗੱਲ ਦੀ ਗਵਾਹੀ ਭਰਦੀ ਵੀ ਜਿਹਦੇ ਨਾਲ ਤੂੰ ਪਕੜ ਬਣਾ ਕੇ ਰੱਖੀ ਹੈ ਬੰਦਿਆ, ਉਹ ਤੇ ਨਾਲ ਨਹੀਂ ਤੁਰੀ। ਚਲਤੀ ਬਾਰ ਕੱਛ ਨਾ ਮਿਲਿਓ, ਲਈ ਲੰਗੋਟੀ ਤੋਰ। ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲਾਖ ਕਰੋੜ। ਭਗਤ ਕਬੀਰ ਜੀ ਕਹਿੰਦੇ ਉਹ ਜੋੜਦਾ ਰਿਹਾ, ਉਹ ਲੱਕ ਨਾਲ ਥੈਲੀ ਬੰਨ੍ਹਦਾ ਰਿਹਾ, ਬੰਨ੍ਹਦਾ ਰਿਹਾ। ਤੋ ਘਰ ਵਾਲਿਆਂ ਨੇ ਪਹਿਲੋਂ ਥੈਲੀ ਖੋਲ੍ਹੀ ਉਹਦੀ ਲੱਕ ਨਾਲ। ਤੋ ਉਹ ਬਾਣੀ 'ਚ ਬਚਨ ਆਇਆ ਵੀ ਐਵੇਂ ਬਗਾਨੀ ਥੈਲੀ ਦਾ ਭਰੋਸਾ ਨਾ ਰੱਖੀ। ਗੰਗੂ ਨੇ ਵੀ ਰੱਖਿਆ ਹੀ ਸੀ, ਧਿਆਨ ਚਲਾ ਗਿਆ। ਤੇ ਲੋਭ ਜ਼ਰੂਰ ਪੈਦਾ ਹੋਏਗਾ ਜਦੋਂ ਦੂਜੇ ਦੇ ਧਨ ਵੱਲ ਧਿਆਨ ਜਾਏਗਾ। ਜੇ ਬਾਰ-ਬਾਰ ਧਿਆਨ ਦੂਜੇ ਦੀ ਕਾਰ ਵੱਲ ਜਾ ਰਿਹਾ, ਛਾਪ ਵੱਲ ਜਾ ਰਿਹਾ, ਕੋਠੀ ਵੱਲ ਜਾ ਰਿਹਾ, ਫਿਰ ਬੰਦਾ ਲੋਭੀ ਹੋਏਗਾ। ਜੇ ਬਾਰ-ਬਾਰ ਧਿਆਨ ਦੂਜੇ ਦੇ ਤਨ ਵੱਲ ਜਾ ਰਿਹਾ ਤੇ ਬੰਦਾ ਕਾਮੀ ਜ਼ਰੂਰ ਹੋਏਗਾ, ਵੇਖ ਲਿਓ। ਤਾਂ ਕਰਕੇ ਬੜਾ ਜ਼ਰੂਰ ਹੈ ਅੱਖਾਂ 'ਤੇ ਵੀ ਕੰਟਰੋਲ ਰੱਖੀਏ। ਮਨ 'ਤੇ ਕੰਟਰੋਲ ਠੀਕ ਹੈ, ਪਰ ਉਹਦੇ ਤੋਂ ਪਹਿਲੋਂ ਜ਼ਰੂਰ ਹੈ ਇੰਦਰੇ ਵੀ ਆਪਾਂ ਸੰਜਮ ਨਾਲ ਵਰਤੀਏ, ਅੱਖਾਂ ਨੂੰ ਵੀ ਸੰਜਮ ਨਾਲ ਵਰਤੀਏ। ਐਵੇਂ ਨਾ ਬਗਾਨਾ ਧਨ ਤੱਕੀ ਜਾਇਆ ਕਰੀਏ ਤੇ ਬਗਾਨਾ ਤਨ ਤੱਕੀ ਜਾਇਆ ਕਰੀਏ, ਫਿਰ ਕਹੀਏ ਜੀ ਸੱਚੇ ਪਾਤਸ਼ਾਹ ਸ਼ਾਂਤੀ ਨਹੀਂ ਮਿਲਦੀ, ਫਿਰ ਕਹੀਏ ਜੀ ਸਕੂਨ ਨਹੀਂ। ਜ਼ਰੂਰ ਹੈ ਇਹ ਸੰਜਮ ਮਰਿਆਦਾ ਵੀ ਜ਼ਰੂਰੀ ਹੈ। ਹਾਂ, ਰੱਬ ਦੇ ਪਿਆਰੇ ਜਦੋਂ ਪੂਰਨ ਹੋ ਜਾਂਦੇ ਨੇ, ਉਹ ਫਿਰ ਜੋ ਵੀ ਵੇਖਣ ਰੱਬ ਦਾ ਰੂਪ ਹੀ ਦਿਸਦਾ ਹੈ। ਪਰ ਸਾਨੂੰ ਤੇ ਜ਼ਰੂਰੀ ਹੈ ਨਾ ਵੀ ਵੇਖਣ ਦਾ ਵੀ ਸੰਜਮ ਹੋਵੇ, ਸੁਣਨ ਦਾ ਵੀ ਸੰਜਮ ਹੋਵੇ, ਖਾਣ ਦਾ ਵੀ ਸੰਜਮ ਹੋਵੇ। ਜਾਨਵਰ ਵੱਢ ਵੱਢ ਕੇ ਖਾ ਜਾਈਏ, ਇਹ ਵੀ ਸੰਜਮ ਹੋਏ ਜੀਵਨ ਦੇ ਵਿੱਚ। ਜੇ ਚਾਹੁੰਦੇ ਹਾਂ ਸੰਜਮੀ ਜੀਵਨ, ਹੁਣ ਆਪਾਂ ਸੰਜਮ, ਕੋਈ ਬੰਦਾ ਚਾਹੁੰਦਾ ਹੋਏ ਵੀ ਮੈਨੂੰ ਸੁੱਖ ਮਿਲੇ, ਅੱਗ ਵਿੱਚ ਹੱਥ ਪਾਇਆ ਹੋਏ ਤੇ ਕਹੀ ਜਾਏ ਬੰਦਾ ਮੈਨੂੰ ਠੰਡ ਮਿਲੇ, ਠੰਡ ਮਿਲੇ।
ਜੇ ਠੰਡ ਚਾਹੁੰਦਾ ਹੈ, ਅੱਗ ਚੋਂ ਹੱਥ ਕੱਢਣਾ ਪਏਗਾ ਪਹਿਲੋਂ ਉਹਨੂੰ, ਫਿਰ ਹੀ ਪ੍ਰਾਪਤੀ ਹੋਏਗੀ। ਸੋ ਅਸੀਂ ਇਸੇ ਤਰ੍ਹਾਂ ਚਾਹੁੰਦੇ ਹਾਂ, ਜਿੱਦਾਂ ਦੇ ਹਾਂ ਇੱਦਾਂ ਦੇ ਵੀ ਰਹੀਏ ਤੇ ਸੁੱਖ ਵੀ ਮਿਲੀ ਜਾਏ। ਨਹੀਂ, ਪਹਿਲੋਂ ਪਰਹੇਜ਼ ਕਰਨਾ ਪੈਣਾ ਉਹਨਾਂ ਚੀਜ਼ਾਂ ਤੋਂ ਨਹੀਂ ਤੇ ਗੁਰਦੇਵ ਕਹਿਣ ਲੱਗੇ ਥੈਲੀ ਹੈ ਜਿਹੜੀ ਆ ਗੰਗੂ ਨਾਲ ਚਲੀ ਗਈ ਸੀ ਥੈਲੀ। ਮਾਂ ਗੁਜਰ ਕੌਰ ਜੀ ਨੇ ਵੀ ਕਿਹਾ ਸੀ, ਗੰਗੂ ਜੋ ਚਾਹੀਦਾ ਮੰਗ ਲੈ, ਮਿਲਿਆ ਹੀ ਹੈ। ਖੋਨਾ ਕਿਉਂ ਹੈ, ਲਾਲਚ ਕਿਉਂ ਕਰਦਾ ਥੈਲੀਆਂ ਦਾ? ਉਹ ਥੈਲੀਆਂ ਵੀ ਜਿਹੜੀਆਂ ਸਰਕਾਰ ਨੇ ਐਲਾਨ ਕੀਤੀਆਂ ਸੀ ਵੀ ਗੁਰੂ ਦੇ ਪੁੱਤਰਾਂ ਬਾਰੇ, ਗੁਰੂ ਦੇ ਪਰਿਵਾਰ ਬਾਰੇ ਜਿਹੜਾ ਦੱਸੇਗਾ ਉਹਨੂੰ ਧਨ ਦੀਆਂ ਖੁਰਜੀਆਂ ਮਿਲਣਗੀਆਂ, ਧਨ ਦੀਆਂ ਥੈਲੀਆਂ ਮਿਲਣਗੀਆਂ। ਕੀ ਉਹ ਫਿਰ ਧਨ ਦੀਆਂ ਥੈਲੀਆਂ ਗੰਗੂ ਦੇ ਨਾਲ ਤੁਰੀਆਂ ਨੇ? ਨਹੀਂ ਤੁਰੀਆਂ। ਇੱਕ ਧਨ ਕਰਕੇ ਆਪਣਾ ਈਮਾਨ ਗਵਾ ਗਿਆ, ਇੱਕ ਧਨ ਕਰਕੇ ਈਮਾਨ ਬਣਾ ਗਿਆ ਬਾਬਾ ਟੋਡਰ ਮੱਲ ਜੀ। ਧਨ ਉਹਦੇ ਕੋਲ ਵੀ ਸੀ, ਪਰ ਉਹਨੇ ਈਮਾਨ ਬਣਾ ਲਿਆ, ਉਹਨੇ ਧਨ ਖਰਚ ਲਿਆ, ਜੀਵਨ ਕਮਾ ਲਿਆ। ਇੱਕ ਨੇ ਥੈਲੀਆਂ ਇਕੱਠੀਆਂ ਕਰ ਲਈਆਂ, ਈਮਾਨ ਜੀਵਨ ਗਵਾ ਲਿਆ। ਥੈਲੀ ਸੰਚੋ ਸ਼ਰਮ ਕਰੋ, ਥਾਕ ਪਰੋ ਗਵਾਰ। ਬੰਦਾ ਆਖਰ ਨੂੰ ਥੱਕ ਕੇ ਡਿੱਗ ਜਾਂਦਾ ਹੈ। ਸਰੀਰ ਵੀ ਵਿਚਾਰਾ ਕੀ ਕਰੇ, ਮਨ ਨਹੀਂ ਰੱਜਿਆ। ਨਹੀਂ ਸਹੀ, ਸਰੀਰ ਨੇ ਤੇ ਆਪਣਾ ਪੜਾਅ ਪੂਰਾ ਕਰ ਹੀ ਲਿਆ। ਇਹ ਤੇ ਕਸੂਰ ਮਨ ਦਾ ਹੈ, ਸਰੀਰ ਦਾ ਥੋੜ੍ਹਾ ਹੈ। ਸਰੀਰ ਤੇ ਪਕੜ ਘਟਾ ਹੀ ਰਿਹਾ ਸਹਿਜੇ ਸਹਿਜੇ। ਸਰੀਰ ਨੇ ਛੱਡਤੀ, ਕਾਲੇ ਛੱਡ ਤੇ ਧੌਲੇ ਆ ਗਏ, ਨਜ਼ਰ ਕਮਜ਼ੋਰ ਹੋ ਗਈ। ਸਰੀਰ ਤੇ ਸਹਿਜ ਸਹਿਜ ਛੱਡ ਰਿਹਾ ਚੀਜ਼ਾਂ। ਭੁੱਖ ਘਟ ਗਈ, ਵੇਖੋ ਬੰਦੇ ਦੀ ਨੀਂਦ ਘਟ ਗਈ। ਜਿਵੇਂ ਜਿਵੇਂ ਉਮਰ ਵਡੇਰੀ ਹੁੰਦੀ, ਸੁਭਾਵਕ ਹੈ ਯਾਦਾਸ਼ਤ ਬੰਦੇ ਦੀ ਘਟ ਗਈ। ਇਹ ਕੁਦਰਤੀ ਹੈ, ਇਹ ਕੋਈ ਨੈਗੇਟਿਵ ਨਹੀਂ ਆਪਾਂ ਕਹੀਏ, ਕੁਦਰਤੀ ਤੌਰ ਤੇ। ਸਰੀਰ ਨੇ ਸਹਿਜੇ ਸਹਿਜੇ ਆਪਣੀ ਭੁੱਖ ਵੀ ਘਟਾ ਲਈ, ਆਪਣੀ ਨੀਂਦ ਵੀ ਘਟਾ ਲਈ, ਪਰ ਮਨ ਨਹੀਂ ਘਟਾਉਂਦਾ। ਮਨ ਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਸਰੀਰ ਤੇ ਸਹੀ ਮਾਰਗ ਤੇ ਹੈ, ਮਨ ਨਹੀਂ ਹੈ ਸਹੀ ਮਾਰਗ ਤੇ। ਤਾਂ ਕਰਕੇ ਲੋੜ ਹੈ ਇਸ ਮਨ ਨੂੰ ਭਗਤੀ ਦੀ, ਨਾਮ ਦੀ, ਸੰਗਤ ਦੀ, ਸੇਵਾ ਦੀ, ਸ਼ਬਦ ਦੀ, ਬਾਣੀ ਦੀ। ਤਾਂ ਹੀ ਬਾਣੀ ਨੇ ਕਿਹਾ, ਤਿਆਗ ਬਾਹਰ ਦੇ ਨਾ ਕਰਿਓ, ਕੁਝ ਨਹੀਂ ਮਿਲਣਾ ਮਨ ਦਾ ਕਰਿਓ। ਮਨ ਨੂੰ ਸਮਝਾਇਓ, ਮਨ ਨੂੰ ਸੋਧਿਓ। ਇਸ ਨੂੰ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿਧ ਹੋਏ। ਇਹਦੇ ਵਿੱਚੋਂ ਹੀ ਸਭ ਤੋਂ ਵੱਡੀ ਸਿੱਧੀ ਹੈ, ਪ੍ਰਾਪਤੀ ਹੈ। ਤੋ ਜਿੱਥੇ ਇਹਦੇ 'ਚ ਨਿਰਲੇਪਤਾ ਏ, ਨਹੀਂ ਤੇ ਸਾਹਿਬ ਕਹਿੰਦੇ ਮਨ ਕੈ ਕਾਮ ਨ ਆਵਈ, ਅੰਤੇ ਅਵਸਰ ਵਾਰ। ਨਹੀਂ ਤੇ ਅਖੀਰ ਵਾਰ। ਮਨ ਦੇ ਕੰਮ ਨਹੀਂ ਆਈਆਂ। ਤੇ ਅਸੀਂ ਜ਼ਰੂਰ ਵੇਖਿਆ ਕਰੀਏ, ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈ, ਜਿਹਦੇ ਨਾਲ ਬਹੁਤਾ ਮੋਹ ਹੈ, ਉਹ ਮਨ ਦੇ ਕੰਮ ਵਾਲੀਆਂ ਨੇ ਕਿ ਤਨ ਦੇ ਕੰਮ ਵਾਲੀਆਂ ਨੇ? ਹੈ ਸਾਡੇ ਕੋਲ ਕੋਈ ਚੀਜ਼ ਜਿਹੜੀ ਮਨ ਦੇ ਕੰਮ ਆਏ? ਹਾਂ, ਹੋਏਗੀ। ਜਿਹੜੇ ਗੁਰਮੁਖ ਪਿਆਰਿਆਂ ਕੋਲ ਸੰਗਤ, ਸੇਵਾ, ਬਾਣੀ, ਨਾਮ ਹੋਏਗਾ। ਤੇ ਗੁਰਦੇਵ ਆਖਦੇ ਨੇ, ਇਹ ਜੋ ਬਾਹਰੀ ਪਸਾਰਾ ਹੈ, ਅਖੀਰ ਵਾਰ ਮਨ ਦੇ ਕੰਮ ਨਹੀਂ ਆਇਆ। ਥਿਤ ਪਾਵੋ ਗੋਬਿੰਦ ਭਜੋ, ਸੰਤਾਂ ਕੀ ਸਿੱਖ ਲੇ। ਫਿਰ ਤੁਸੀਂ ਥਿਤ ਪਾਓਗੇ, ਥਿਤ ਅਡੋਲਤਾ। ਗੋਬਿੰਦ ਭਜੋ, ਗੋਬਿੰਦ ਮਾਲਕ ਵਾਹਿਗੁਰੂ ਭਜੋ। ਭਜਨਾ, ਯਾਦ ਕਰਨਾ, ਦ੍ਰਿੜ ਕਰਨਾ, ਭਜਨ ਗਾਉਣੇ। ਬਾਣੀ ਕਹਿੰਦੀ ਜ਼ੁਬਾਨ ਤੋਂ ਆਖਿਓ ਨਾ, ਭਜਨ ਗਾਇਓ। ਗਾਉਣਾ ਇੱਕ ਰਸਦਾਇਕ ਹੁੰਦਾ, ਬੜਾ ਰਸਦਾਇਕ। ਬੰਦਾ ਗਾਉਂਦਾ ਉਦੋਂ ਹੀ ਆ ਜਦੋਂ ਰਸ ਮਾਣਦਾ ਹੋਏ। ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰਿ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰੈ ਨਾ ਜਮ ਕੈ ਧਾਮ। ਗੁਰਦੇਵ ਕਹਿੰਦੇ ਭਜਿਓ, ਪੜ੍ਹਿਓ ਨਾ ਬਸ ਵੀ ਬਸ ਭੱਜ ਲੈਣਾ, ਅੰਗੂਠਾ ਰੱਖਿਆ 5 ਬਾਣੀਆਂ ਦਾ, ਉਹਨੂੰ ਮਾਣਿਆ ਜਾਏ। ਤੇ ਜੇ ਇਹ ਦਾਤ ਜੀਵਨ 'ਚ ਹੈ, ਗੋਬਿੰਦ ਦੀ ਪ੍ਰੀਤ ਹੈ ਜੀਵਨ ਦੇ ਅੰਦਰ, ਤੋ ਥਿਤ ਪਾਵੋ। ਫਿਰ ਜ਼ਰੂਰੀ ਅਡੋਲਤਾ ਮਿਲ ਸਕਦੀ ਹੈ, ਟਿਕਾਣਾ ਮਿਲੇਗਾ। ਗੋਬਿੰਦ ਭਜੋ, ਸੰਤਾਂ ਕੀ ਸਿੱਖ ਲੇ।
ਸੰਤਾਂ ਦੀ ਸਿੱਖ ਲਈਏ, ਭਗਤ ਕਬੀਰ ਦੀ ਸਿੱਖਿਆ ਲਈਏ, ਬਾਬਾ ਫਰੀਦ ਜੀ ਦੀ ਸਿੱਖਿਆ ਲਈਏ, ਭਗਤ ਧੰਨਾ ਜੀ ਦੀ ਸਿੱਖਿਆ ਲਈਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖਿਆ ਲਈਏ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਿੱਖਿਆ ਲਈਏ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਜੀਓ ਪਿੰਡ ਸਭ ਤਿਸ ਕਾ ਸਭ ਕਿਛ ਹੈ ਤੇਰਾ। ਅਸੀਂ ਵੀ ਸਿੱਖਿਆ ਲਈਏ ਸਤਿਗੁਰੂ, ਆ ਸਰੀਰ ਮੇਰਾ ਨਹੀਂ, ਜਿੰਦ ਮੇਰੀ ਨਹੀਂ, ਧਨ ਮੇਰਾ ਨਹੀਂ, ਇਸ ਜਿਹੜਾ ਮੈਂ ਮੇਰਾ ਮੇਰਾ ਕਰਦੇ ਅਸੀਂ ਵੀ ਗੁਰੂ ਕੋ ਸਿੱਖੀਏ, ਬੰਦੇ ਬੈ ਖਰੀਦ ਬਣ ਜਾਈਏ। ਅਸੀਂ ਤੇ ਗੁਲਾਮ ਹਾਂ ਤੇਰੇ ਦਰ ਦੇ। ਸੱਚ ਸਾਹਿਬ ਮੇਰਾ ਹੈ ਮਾਣ ਨਿਮਾਣੇ, ਤੂੰ ਧਣੀ ਤੇਰਾ ਪਰਵਾਸਾ, ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ। ਅਸੀਂ ਸੱਚ ਵਾਲੀ ਪੰਕਤੀ 'ਚ ਖਲੋਈਏ, ਕੱਚ ਵਾਲੀ 'ਚ ਕਿਉਂ ਖਲੋਈਏ? ਤੋ ਜਿਨ੍ਹਾਂ ਨੂੰ ਮਾਣ ਹੈ ਉਸ ਮਾਲਕ ਦਾ, ਮਾਣ ਬਣਿਆ ਉਹਨਾਂ ਨੂੰ ਜਿਹੜੇ ਆਪ ਨਿਮਾਣੇ ਹੈ। ਮਾਣ ਮਿਲਿਆ ਵੀ ਉਹਨਾਂ ਨੂੰ ਜਿਹੜਾ ਪਹਿਲੋਂ ਹੀ ਮਾਣ ਨਾਲ ਭਰਿਆ ਵੀ ਪ੍ਰਧਾਨ ਸਾਹਿਬ ਆ ਗਏ, ਇਹ ਮਹਾਨ ਇੰਟਰਨੈਸ਼ਨਲ ਕਥਾਵਾਚਕ ਆ ਗਏ, ਆ ਦਾਨੀ ਸਾਹਿਬ ਆ ਰਹੇ ਨੇ ਜਿਨ੍ਹਾਂ ਨੇ ਗੁਰਦੁਆਰਾ ਬਣਾਇਆ, ਜਿਹੜੇ ਆਪ ਹੀ ਮਾਣ ਨਾਲ ਭਰੇ ਨੇ। ਫਿਰ ਗੁਰੂ ਕੀ ਮਾਣਦੇ ਉਹਨਾਂ ਨੂੰ, ਜਿਹੜੇ ਆਪ ਹੀ ਪਹਿਲੋਂ ਬਣੇ ਬਣਾਏ ਆ ਰਹੇ ਨੇ। ਜਿਹੜਾ ਆਪ ਹੀ ਪਹਿਲੋਂ ਬਣਿਆ ਬਣਾਇਆ ਸੀ ਪਜੋਖਰਾ ਸਾਹਿਬ ਦੀ ਧਰਤੀ, ਉਹ ਲਾਲ ਚੰਦ ਆਇਆ ਸੀ ਪਰ ਬਣਿਆ ਬਣਾਇਆ ਵਿਦਵਾਨ। ਉਹ ਗੁਰੂ ਨੂੰ ਆ ਕੇ ਪੁੱਛਦਾ ਵੀ ਤੁਸੀਂ ਹਰ ਕ੍ਰਿਸ਼ਨ ਸਾਹਿਬ ਹੋ? ਮੈਂ ਤੇ ਕ੍ਰਿਸ਼ਨ ਬਾਰੇ ਸੁਣਿਆ ਜਿਨ੍ਹਾਂ ਕੋਲ ਗੀਤਾ ਹੈ, ਜਿਨ੍ਹਾਂ ਨੇ ਗੀਤਾ ਉਚਾਰੀ। ਉਹ ਬਣਿਆ ਬਣਾਇਆ ਆਇਆ ਸੀ। ਲਾਲ ਚੰਦ ਬੜਾ ਪੰਡਤ, ਇੱਕ ਦੂਜਾ ਆਇਆ ਵਿਚਾਰਾ ਗੂੰਗਾ ਬੋਲਾ। ਉਹ ਜਿਹੜਾ ਆਇਆ ਸਤਿਗੁਰੂ ਨਾ ਮੈਨੂੰ ਸੁਣਦਾ ਹੈ, ਨਾ ਮੈਨੂੰ ਬੋਲਿਆ ਜਾਂਦਾ, ਨਾ ਮੇਰੇ ਕੋਲ ਸਮਝ ਹੈ। ਜਿਹੜਾ ਕੁਝ ਨਹੀਂ ਬਣ ਕੇ ਆਇਆ ਗੁਰੂ ਕੋਲ ਸਭ ਕੁਝ ਬਣ ਗਿਆ। ਭਾਈ ਛੱਜੂ ਜੀ ਜਿਨ੍ਹਾਂ ਦੀ ਕੁੱਲ ਚੋਂ ਪਿਆਰੇ ਹੋਏ ਨੇ, ਜਿਹੜਾ ਕੁਝ ਨਹੀਂ ਬਣ ਕੇ ਆਇਆ ਸਭ ਕੁਝ ਬਣ ਗਿਆ। ਤਾਂ ਸਾਹਿਬ ਕਹਿੰਦੇ ਮਾਣ ਨਿਮਾਣੇ, ਤੂੰ ਧਣੀ ਧਣੀ ਖਸਮ, ਓਨਰ ਤੂੰ ਹੈ, ਮਾਲਕ ਤੂੰ ਹੈ, ਮੈਂ ਨਹੀਂ ਹਾਂ। ਪਰਵਾਸਾ ਮੈਨੂੰ ਮੇਰਾ ਨਹੀਂ ਹੈ, ਮੇਰੀ ਜਾਤ ਵੱਡੀ ਹੈ, ਮੇਰਾ ਧਨ ਵੱਡਾ ਹੈ, ਮੇਰਾ ਪਲਾਟ ਵੱਡਾ ਹੈ, ਮੇਰੇ ਕੋਲ ਗਿਆਨ ਵੱਡਾ, ਇਹ ਨਹੀਂ। ਪਰਵਾਸਾ ਤੇਰਾ ਹੈ, ਮੈਨੂੰ ਤੇਰੇ ਸ਼ਬਦ ਦਾ। ਠੀਕ ਹੈ, ਦਾਤਾਂ ਦਿੱਤੀਆਂ ਨੇ ਵਰਤਣ ਵਾਸਤੇ, ਤੂੰ ਪਤਾ ਨਹੀਂ ਕਦੋਂ ਖੋਲ੍ਹ ਹੈ, ਇਹ ਵੀ ਨਹੀਂ ਪਤਾ। ਇਹ ਰੱਬ ਦੀ ਕਾਇਨਾਤ 'ਚ ਇਹ ਵੀ ਨਹੀਂ ਪਤਾ ਰਾਜੇ ਕਦੋਂ ਘਾਹ ਖੋਤਰਦੇ ਨੇ, ਘਾਹ ਖੋਤਰਨ ਵਾਲੇ ਕਦੋਂ ਰਾਜੇ ਬਣ ਜਾਂਦੇ ਨੇ। ਇਹ ਵੀ ਉਹਦੀ ਮੌਜ ਹੈ, ਕਰਤੇ ਵਾਹਿਗੁਰੂ ਅਕਾਲ ਪੁਰਖ ਦੀ। ਸੋ ਤਾਂ ਕਰਕੇ ਕੋਈ ਪਦਵੀ ਹੈ, ਕੋਈ ਲਿਆਕਤ ਹੈ, ਕੋਈ ਕਲਾ ਹੈ, ਕੋਈ ਜੀਵਨ 'ਚ ਗੁਣ ਹੈ, ਤੇ ਉੱਥੇ ਵੀ ਪਰਵਾਸਾ ਉਹਦਾ ਬਣਿਆ ਰਹਿਣਾ ਚਾਹੀਦਾ ਹੈ, ਕਿਉਂਕਿ ਉਹਦੀ ਦਿੱਤੀ ਦਾਤ ਹੈ। ਉਹ ਪਤਾ ਨਹੀਂ ਰਾਹ ਜਾਂਦੇ ਨੂੰ ਅਤਾ ਫਰਮਾਉਂਦਾ ਹੈ, ਸ਼ਾਹਾਂ ਤਖਤ ਬਣਾਏ, ਸ਼ਾਹਾਂ ਤਖਤ ਦੇ ਕੋਲੋਂ ਜੇ ਤੂੰ ਅਤਾ ਫਰਮਾਏ ਤਾਂ ਘਾਹ ਖੁਦਵਾਏ। ਉਹ ਇਸ ਰੂਪ ਦੇ ਅੰਦਰ ਭਿਖਾਰੀ ਵੀ ਬਣਾ ਦਿੰਦਾ, ਵਰਤਿਆ। ਆ ਚਲੋ ਇਸ ਵਿਹੜੇ 'ਚ ਹੀ ਵੇਖ ਲਈਏ, ਬੜੀ ਲਾਹੌਰ ਦੇ ਮਹਿਲਾਂ 'ਚ ਰਹਿਣ ਵਾਲੀ ਮਹਾਰਾਣੀ ਜਿੰਦ ਕੌਰ। ਤੁਸੀਂ ਇਤਿਹਾਸ ਪੜ੍ਹਿਆ ਹੋਣਾ, ਜ਼ਰੂਰ ਪੜ੍ਹਿਆ ਕਰੋ। ਮਹਾਰਾਣੀ ਜਿੰਦ ਕੌਰ ਲਾਹੌਰ ਦਰਬਾਰ ਤਖਤ ਲੱਗਦਾ ਹੈ, ਕਿੰਨਾ ਕੁਝ ਵੰਡਦੇ ਸਨ, ਲੋੜਵੰਦਾਂ ਨੂੰ ਦਿੰਦੇ ਸਨ। ਜਦੋਂ ਰਾਜ ਚਲਾ ਗਿਆ ਖਾਲਸਾ ਰਾਜ, ਇੱਕ ਘੱਟ 50 ਤੋਂ ਖਾਲਸਾ 1850 ਤੋਂ 1 ਸਾਲ ਪਹਿਲੋਂ ਖਾਲਸਾ ਰਾਜ ਚਲਾ ਗਿਆ। ਮਹਾਰਾਣੀ ਜਿੰਦ ਕੌਰ ਮਹਾਰਾਣੀ ਸੀ, ਅੰਗਰੇਜ਼ਾਂ ਨੇ ਤਨਖਾਹ ਲਾਤੀ, ਸਹਿ ਸਹਿ ਸਹੂਲਤਾਂ ਖੋਲ੍ਹੀਆਂ, ਪਤਾ ਲੱਗ ਗਿਆ ਵੀ ਹੁਣ ਮਾਰਨਗੇ, ਭੱਜ ਤੁਰੇ। ਨਾਲ ਦਾਸੀ ਸੀ, ਜੰਗਲ ਦਾ ਪਿੰਡ ਹੈ। ਇਤਿਹਾਸ ਹੈ, ਅਣਕਥਨੀਆਂ ਗੱਲਾਂ ਨਹੀਂ ਹੈ, ਧਰਤੀ ਦੇ ਤਖਤ 'ਤੇ ਵਾਪਰੀਆਂ ਨੇ। ਮਹਾਰਾਣੀ ਜਿੰਦ ਜਿਹੜੀ ਮਹਾਰਾਣੀ ਸੀ, ਜਿਹਦਾ ਜਲੌ ਨਹੀਂ ਸੀ ਝੱਲਿਆ ਜਾਂਦਾ, ਅੱਜ ਜਾ ਰਹੀ ਹੈ ਛਿਪਦੀ ਛਪਾਉਂਦੀ, ਨਾਲ ਦਾਸੀ ਹੈ। ਭੁੱਖ ਲੱਗੀ, ਕੋਈ ਟਿਕਾਣਾ ਸੀ, ਡੇਰਾ ਸੀ, ਉੱਥੇ ਮੰਗਣ ਵਾਲੇ ਪ੍ਰਸ਼ਾਦਾ ਮੰਗ ਰਹੇ ਨੇ ਪੱਤਲਾਂ ਰੱਖ ਕੇ। ਤੇ ਮਹਾਰਾਣੀ ਜਿੰਦ ਕੌਰ ਹੁਣ ਭੁੱਖ ਲੱਗੀ ਹੈ, ਸਾਹਮਣੇ ਕੇਲੇ ਦੇ ਪੱਤੇ ਤੇ
ਹੱਥ ਅੱਗੇ ਅੱਡੇ ਹੋਏ ਉੱਥੇ ਭੋਜਨ ਮੰਗ ਕੇ ਖਾ ਰਹੀ ਹੈ। ਜਾਰ ਜਾਰ ਰੋਈ ਸੀ ਮਾਲਕ ਤੇਰੀ ਕਾਇਨਾਤ ਹੈ, ਕਿੱਥੇ ਇਹਨਾਂ ਹੱਥਾਂ ਚੋਂ ਮੈਂ ਸੋਹਣੇ ਸੂਟ ਸੋਨਾ ਚਾਂਦੀ ਵੰਡਦੀ ਸਾਂ, ਅੱਜ ਇਹ ਹੱਥ ਮੈਂ ਅੱਡੇ ਨੇ ਦੋ ਸੁੱਕੀਆਂ ਰੋਟੀਆਂ ਵਾਸਤੇ। ਤੇ ਮਾਣ ਨਾ ਕਰਿਓ ਜੇ ਰੱਬ ਨੇ ਕੋਈ ਪਦਵੀ ਕੋਈ ਦਾਤ ਦਿੱਤੀ ਹੈ, ਐਵੇਂ ਝਿੜਕਿਓ ਨਾ। ਕਿਸੇ ਸੱਜਣ ਨੇ ਕਿਹਾ ਅਮੀਰ ਅੱਗੇ ਵੀ ਹੰਕਾਰ ਨਾ ਕਰੀ, ਗਰੀਬ ਅੱਗੇ ਜ਼ਿਆਦਾ ਨਾ ਹੰਕਾਰ ਕਰੀ, ਕਦੇ ਵੀ ਗਰੀਬ ਤੋਂ ਜ਼ਿਆਦਾ ਡਰੀ। ਕਿਉਂ? ਉਹ ਕਹਿੰਦੇ ਗਰੀਬ ਦਾ ਰੱਬ ਬੜਾ ਸਖਤ ਹੈ, ਵੇਖੀ ਕਦੇ। ਅਮੀਰ ਤੇ ਤੈਨੂੰ ਝਿੜਕਾਂ ਮਾਰੇਗਾ, ਗਰੀਬ ਝਿੜਕਾਂ ਜੋਗਾ ਨਹੀਂ, ਉਹਦੀਆਂ ਝਿੜਕਾਂ ਰੱਬ ਵਾਲੇ ਪਾਸੇ ਆਉਣੀਆਂ ਨੇ, ਫਿਰ ਕਦੇ ਤੇਰੇ ਕੋਲ ਜਰੀਆਂ ਨਾ ਜਾਣ। ਐਵੇਂ ਨਾ ਦਫ਼ਤਰਾਂ 'ਚ ਆਪਣੇ ਛੋਟਿਆਂ ਨੂੰ, ਝਾੜੂ ਮਾਰਨ ਵਾਲਿਆਂ ਨੂੰ ਓਏ ਤੋਏ ਕਹੀ ਜਾਇਆ ਕਰੀਏ। ਸਭ ਦਾ ਮੈਂ ਪਹਿਲਾਂ ਬੇਨਤੀ ਕੀਤੀ ਸੀ, ਸਭ ਵੱਡੇ ਨੇ, ਸਭ ਦਾ ਸਤਿਕਾਰ ਕਰੀਏ। ਤਾਂ ਮੇਰੇ ਗੁਰਦੇਵ ਨੇ ਕਿਰਪਾ ਕੀਤੀ, ਵਰਤਿਆ ਸੰਸਾਰ ਦੇ ਅੰਦਰ ਸਭ ਕੁਝ। ਤੋ ਇਸ ਵਾਸਤੇ ਥਿਤ ਪਾਵੋ ਗੋਬਿੰਦ ਭਜੋ, ਸੰਤਾਂ ਕੀ ਸਿਖਲੇ ਪ੍ਰੀਤ ਕਰੋ ਸਦ ਏਕ ਸਿਉ। ਸਾਚਾ ਅਸਨੇਹ ਇੱਕ ਮਾਲਕ ਨਾਲ ਪ੍ਰੀਤ ਹੋਏ, ਸੱਚਾ ਪਿਆਰ ਹੈ